ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਈ ਹੋਪ ਤੁਹਾਡੀ ਆਇਲਸ ਦੀ ਤਿਆਰੀ ਵਧੀਆ ਚੱਲ ਰਹੀ ਹੋਵੇਗੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਹੋਵੇਗੀ, ਸਿਹਤ ਤੁਹਾਡੇ ਤੇ ਮਿਹਰਬਾਨ ਹੋਵੇਗੀ। ਮੇਰਾ ਨਾਮ ਹਰਦੇਵ ਸਿੰਘ ਹੈ ਤੇ ਮੈਂ ਇੱਕ ਆਇਲਸ ਟ੍ਰੇਨਰ ਹਾਂ। ਇਸ ਸਮੇਂ ਮੈਂ ਬਠਿੰਡਾ 'ਚ ਆਪਣੇ ਇੰਸਟੀਟਿਊਟ 'ਚ ਟੀਚ ਕਰਦਾ, ਕਾਫੀ ਸਾਲਾਂ ਤੋਂ ਟੀਚ ਕਰ ਰਿਹਾ। ਤਾਂ ਬਠਿੰਡਾ ਦੇ ਆਲੇ ਦੁਆਲੇ ਜੇ ਤੁਸੀਂ ਕਿਤੇ ਰਹਿੰਦੇ ਹੋ ਤਾਂ ਜ਼ਰੂਰ ਦਿਓ ਸੇਵਾ ਦਾ ਮੌਕਾ। ਮੇਰੇ ਇੰਸਟੀਟਿਊਟ ਬਾਰੇ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਥੱਲੇ ਮੇਰਾ ਨੰਬਰ ਲਿਖਿਆ ਹੈ। ਮੇਰਾ ਖੁਦ ਦਾ ਪਰਸਨਲ ਨੰਬਰ ਹੈ। ਮੈਂ ਸਾਰੇ ਬੱਚਿਆਂ ਨਾਲ ਖੁਦ ਪਰਸਨਲੀ ਹੀ ਇੰਟਰੈਕਟ ਕਰਦਾ। ਐਨੀਵੇਜ਼, ਅੱਜ ਦੀ ਵੀਡੀਓ ਦੇ ਸਬਜੈਕਟ 'ਤੇ ਆਪਾਂ ਆਈਏ। ਅੱਜ ਹਰਦੇਵ ਸਰ ਨੇ ਬਹੁਤ ਵੱਡਾ ਦਾਅਵਾ ਕਰਤਾ ਹੈ, ਆਇਲਸ ਰੀਡਿੰਗ 5.5 ਤੋਂ 6.5 ਗੈਰੰਟੀਡ। ਦੇਖੋ ਸਟੂਡੈਂਟਸ, ਜੇ ਤੁਸੀਂ ਮੇਰੀ ਵੀਡੀਓਜ਼ ਦੇਖਦੇ ਰਹੇ ਹੋ ਤਾਂ ਮੇਰੇ ਬਾਰੇ ਤੁਸੀਂ ਇੱਕ ਚੀਜ਼ ਜ਼ਰੂਰ ਜਾਣ ਗਏ ਹੋਵੋਗੇ ਕਿ ਮੈਂ ਉਹਨਾਂ ਟੀਚਰਸ ਵਿੱਚੋਂ ਨਹੀਂ ਹਾਂ ਜੋ YouTube 'ਤੇ ਵੱਡੇ ਵੱਡੇ ਦਾਅਵੇ ਕਰਕੇ ਭੋਲੇ ਭਾਲੇ ਬੱਚਿਆਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਹੈ ਤਾਂ ਕਿ ਸਿਰਫ ਵਿਊਜ਼ ਜਾਂ ਸਬਸਕ੍ਰਾਈਬਰ ਕਾਊਂਟ ਵੱਧ ਸਕੇ। ਮੈਂ ਇੱਦਾਂ ਦੇ ਕੰਮ ਨਹੀਂ ਕਰਦਾ। ਤਾਂ ਅੱਜ ਮੈਨੂੰ ਇਹ ਇੰਨਾ ਕਹਿ ਲਓ ਕਿ ਕ੍ਰਾਂਤੀਕਾਰੀ ਕਿਸਮ ਦੀ ਗੱਲ ਕਹਿਣ ਦੀ ਕਿਉਂ ਜ਼ਰੂਰਤ ਪਈ। ਕ੍ਰਾਂਤੀਕਾਰੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੇ ਬੱਚੇ 5.5 'ਤੇ ਸਟਕ ਹੋ ਜਾਂਦੇ ਆ ਕੇ ਸਿਰਫ ਉਹੀ ਸਮਝ ਸਕਦੇ ਆ ਕਿ ਇੱਥੋਂ ਹਿੱਲਣਾ ਕਿੰਨਾ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਤਾਂ ਮੈਨੂੰ ਇਹ ਕਹਿਣ ਦੀ ਜ਼ਰੂਰਤ ਹੀ ਨਹੀਂ ਸੀ ਕਿ 5.5 ਤੋਂ 8 'ਤੇ ਜਾਓ ਜਾਂ 9 'ਤੇ ਜਾਓ, ਇੰਨਾ ਹੀ ਕਾਫੀ ਹੈ। ਤਾਂ ਮੈਂ ਉਹਨਾਂ ਬੱਚਿਆਂ ਨਾਲ ਗੱਲ ਕਰ ਰਿਹਾ ਜਿਹੜੇ 5.5 'ਤੇ ਅੜੇ ਹੋਏ ਨੇ। ਮੈਂ 100% ਸ਼ਿਓਰ ਹਾਂ ਕਿ ਅੱਜ ਜੋ ਮੈਂ ਤੁਹਾਨੂੰ ਚੀਜ਼ਾਂ ਸਿਖਾਊਂਗਾ, ਠੀਕ, ਉਹ ਤੁਹਾਨੂੰ ਰੀਡਿੰਗ ਦੇ ਅੰਦਰ ਘੱਟੋ ਘੱਟ 5 ਤੋਂ 7 ਨੰਬਰ ਦੀ ਇੰਪਰੂਵਮੈਂਟ ਕਰਨਗੇ। ਯਾਨੀ ਕਿ ਜੇ ਤੁਸੀਂ 22 ਸਕੋਰ ਕਰਦੇ ਹੋ ਜੋ ਕਿ 5.5 ਹੈ ਅਤੇ ਤੁਸੀਂ 27 ਸਕੋਰ ਕਰਨ ਲੱਗ ਜਾਂਦੇ ਹੋ 5 ਦੀ ਇੰਪਰੂਵਮੈਂਟ, ਤਾਂ ਤੁਸੀਂ 6.5 'ਤੇ ਪਹੁੰਚ ਜਾਓਗੇ। ਤਾਂ ਇਹ ਬੇਸਿਕਲੀ ਮੇਰਾ ਦਾਅਵਾ ਹੈ 5 to 7 ਨੰਬਰ ਦੀ ਇੰਪਰੂਵਮੈਂਟ। ਕਿੰਨੇ ਟਾਈਮ 'ਚ? ਜੇ ਤੁਸੀਂ ਮੇਰੀਆਂ ਦੱਸੀਆਂ ਗਈਆਂ ਗੱਲਾਂ 'ਤੇ ਅਮਲ ਕਰੋਗੇ ਤਾਂ ਇੱਕ ਹਫ਼ਤੇ ਦੇ ਅੰਦਰ ਮੇਰੇ ਤੋਂ ਲਿਖ ਕੇ ਲੈ ਲਓ, ਇਹ ਇੰਪਰੂਵਮੈਂਟ ਹੋ ਜੂਗੀ। ਸ਼ਰਤ ਸਿਰਫ ਇਹ ਹੈ ਵੀ ਤੁਹਾਨੂੰ ਅਮਲ ਕਰਨਾ ਪਊਗਾ, ਪੁਰਾਣੀਆਂ ਆਦਤਾਂ ਛੱਡਣੀਆਂ ਪੈਣਗੀਆਂ, ਜੋ ਚੀਜ਼ ਮੈਂ ਤੁਹਾਨੂੰ ਦੱਸੂੰਗਾ ਉਹ ਕਰਨੀ ਪੈਣੀ। ਚਲੋ ਹੁਣ ਗੱਲਾਂ ਵੈਸੇ ਬਹੁਤ ਹੋ ਗਈਆਂ ਅਤੇ ਆਪਣਾ ਕੰਮ ਸ਼ੁਰੂ ਕਰੀਏ। ਹਾਂ ਸੌਰੀ, ਮੈਂ ਇੱਕ ਚੀਜ਼ ਭੁੱਲ ਰਿਹਾ। ਤਾਂ ਜੋ ਮੈਂ ਥੰਬਨੇਲ ਦੇ ਅੰਦਰ ਪਾਇਆ ਹੋਇਆ ਸੀਗਾ ਕਿ ਮੈਂ ਤੁਹਾਨੂੰ 4500 ਰੁਪਏ ਦਾ ਇੱਕ ਗਿਫਟ ਦੇਵਾਂਗਾ, ਉਹ ਗਿਫਟ ਬੇਸਿਕਲੀ ਮੇਰਾ ਕੰਪਲੀਟ ਆਇਲਸ ਰੀਡਿੰਗ ਇੰਪਰੂਵਮੈਂਟ ਕੋਰਸ ਹੈ ਜੋ ਪਿਛਲੇ ਕਈ ਸਾਲਾਂ ਤੋਂ ਇਸ ਪ੍ਰਾਈਸ 'ਤੇ ਚੱਲ ਰਿਹਾ। 4 ਘੰਟੇ ਦੀਆਂ ਵੀਡੀਓਜ਼ ਨੇ ਇਹਦੇ ਅੰਦਰ, 2 ਘੰਟੇ ਦੀਆਂ ਵੀਡੀਓਜ਼ 'ਤੇ ਆਧਾਰਿਤ ਪ੍ਰੈਕਟਿਸ ਐਕਸਰਸਾਈਜ਼ਜ਼ ਨੇ। ਜੇ ਤੁਸੀਂ ਇਸ ਟ੍ਰੇਨਿੰਗ 'ਚੋਂ ਗੁਜ਼ਰ ਜਾਂਦੇ ਹੋ ਤਾਂ ਯਕੀਨਨ 1 ਤੋਂ 2 ਬੈਂਡ ਦੀ ਇੰਪਰੂਵਮੈਂਟ ਤੁਸੀਂ ਕਰ ਲਓਗੇ ਬੜੀ ਆਸਾਨੀ ਨਾਲ, ਜਿੱਦਾਂ ਕਿ ਸੈਂਕੜੇ ਬੱਚੇ ਜਿਨ੍ਹਾਂ ਨੇ ਕੋਰਸ ਲਿਆ ਉਹ ਕੀਤੀ ਹੈ। 3 ਦਿਨ ਪਹਿਲਾਂ ਬੇਟੇ ਦਾ ਜਨਮ ਹੋਇਆ ਅਰਜੁਨ, ਐਂਡ ਉਹਦੀ ਖੁਸ਼ੀ 'ਚ ਜੀ ਮੈਂ 200 ਕੋਰਸਿਸ ਇੱਦਾਂ ਦੇ ਫ੍ਰੀ ਦੇ ਰਿਹਾ। 125 ਕੋਰਸਿਸ ਮੈਂ ਆਲਰੇਡੀ ਫ੍ਰੀ ਦੇ ਚੁੱਕਿਆ, 75 ਹਲੇ ਵੀ ਪਏ ਆ। ਜੇ ਤੁਸੀਂ ਉਹਨਾਂ 75 ਸਟੂਡੈਂਟ 'ਚ ਆ ਗਏ ਤਾਂ ਤੁਹਾਨੂੰ ਵੀ ਇਹ ਕੋਰਸ ਫ੍ਰੀ ਮਿਲ ਜੂਗਾ। ਮੈਂ ਸਭ ਨੂੰ ਦੇ ਰਿਹਾ, ਮੈਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਿਹਾ, ਬਟ ਫॉर ਸਮ ਰੀਜ਼ਨ ਮੈਂ 200 ਹੀ ਵੰਡ ਸਕਦਾ। ਅੱਛਾ, ਤੁਸੀਂ ਸੋਚ ਰਹੇ ਹੋਗੇ ਸਾਨੂੰ ਫ੍ਰੀ ਕੋਰਸ ਇਹ ਕਿੱਦਾਂ ਮਿਲੂਗਾ, ਤਾਂ ਇਹਦੇ ਲਈ ਮੈਂ ਇਸ ਵੀਡੀਓ ਦੇ ਅੰਦਰ ਗੱਲ ਕਰੂੰਗਾ। ਤੁਹਾਨੂੰ ਇਹ ਵੀਡੀਓ 'ਚ ਮੇਰੇ ਨਾਲ ਰਹਿਣਾ ਪਊਗਾ। ਅੱਛਾ, ਤਾਂ ਆਪਾਂ ਹੁਣ ਸ਼ੁਰੂ ਕਰਦੇ ਹਾਂ ਇਹ ਟੀਚਾ ਰੀਡਿੰਗ ਇੰਪਰੂਵ ਕਰਨ ਦਾ। ਪਹਿਲਾਂ ਮੈਂ ਇਸ ਨੂੰ ਇੱਕ ਟਿਪਸ ਵਾਲੀ ਵੀਡੀਓ ਬਣਾਉਣ ਲੱਗਿਆ ਸੀਗਾ, ਲੇਕਿਨ ਫਿਰ ਮੈਨੂੰ ਇਮੀਡੀਏਟਲੀ ਆਪਦੀ ਗਲਤੀ ਰੀਅਲਾਈਜ਼ ਹੋ ਗਈ ਕਿ ਕਿਉਂ ਨਾ ਮੈਂ ਟਿਪਸ ਤੁਹਾਨੂੰ ਦੱਸਣ ਦੀ ਬਜਾਏ ਉਹ ਟਿਪਸ ਨੂੰ ਅਮਲ 'ਚ ਲਿਆ ਕੇ ਦਿਖਾਵਾਂ, ਮੈਂ ਉਹ ਟਿਪਸ ਤੁਹਾਨੂੰ ਕਰਕੇ ਦਿਖਾਵਾਂ। ਇਸ ਸਮੇਂ ਜੋ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਇਹ ਕੈਂਬਰਿਜ 16 ਜੋ ਲੇਟੈਸਟ ਬੁੱਕ ਇਸ ਸਾਲ ਆਈ ਹੈ ਉਹਦਾ ਪੈਸੇਜ ਹੈ। ਇਹ ਜਿਹੜਾ ਪੈਸੇਜ ਹੈ ਇਹ ਮੈਂ ਕਿਉਂ ਚੂਜ਼ ਕੀਤਾ, ਇੱਕ ਤਾਂ ਓਬਵੀਅਸਲੀ ਲੇਟੈਸਟ ਬੁੱਕ ਹੈ ਤਾਂ ਲੇਟੈਸਟ ਪੈਟਰਨ ਦੇ ਅਨੁਸਾਰ ਹੈ। ਦੂਸਰਾ ਕਾਰਨ ਇਹ ਹੈ ਕਿ ਮੈਂ ਆਪਣੇ ਕਰੀਅਰ 'ਚ ਇਹ ਪੈਸੇਜ ਨਹੀਂ ਕੀਤਾ ਹੋਇਆ, ਤਾਂ ਮੇਰੇ ਲਈ ਵੀ ਇਹ 100% ਨਵਾਂ ਹੈ। ਠੀਕ, ਮੈਂ ਵੀ, ਮੇਰੇ ਲਈ ਵੀ ਇੱਦਾਂ ਜਿਵੇਂ ਕਿ ਮੈਂ ਆਇਲਸ ਦੇ ਐਗਜ਼ਾਮ 'ਚ ਬੈਠਾ। ਤਾਂ ਦੇਖਦੇ ਹਾਂ ਜੋ ਟੈਕਨੀਕਸ ਮੈਂ ਤੁਹਾਨੂੰ ਦੱਸੂੰਗਾ ਉਹ ਇਸ 'ਤੇ ਕੰਮ ਕਰਨਗੀਆਂ ਕਿ ਨਹੀਂ। ਅਤੇ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ, ਜੋ ਵੀ ਟੈਕਨੀਕਸ ਮੈਂ ਇੱਥੇ ਅਪਲਾਈ ਕਰ ਰਿਹਾ ਉਹ ਮੇਰੇ ਫ੍ਰੀ ਕੋਰਸ ਦੇ ਅੰਦਰ ਵੀ ਹੈ। ਫ੍ਰੀ ਨਹੀਂ, ਓਬਵੀਅਸਲੀ ਪੇਡ ਕੋਰਸ ਜੋ ਫਿਲਹਾਲ ਫ੍ਰੀ ਚੱਲ ਰਿਹਾ। ਤਾਂ ਤੁਸੀਂ ਦੇਖੋਗੇ ਜੋ ਗੱਲਾਂ ਮੈਂ ਉੱਥੇ ਤੁਹਾਨੂੰ ਬਾਅਦ 'ਚ ਦੱਸੂੰਗਾ ਉਹੀ ਇੱਥੇ ਅਮਲ 'ਚ ਲਿਆਂਦੀਆਂ ਗਈਆਂ ਹੋਣਗੀਆਂ। ਅੱਛਾ, ਤੀਸਰਾ ਕਾਰਨ ਇਹ ਸੀਗਾ ਇਸ ਪੈਸੇਜ ਨੂੰ ਚੁਣਨ ਦਾ, ਮੈਂ ਕੁਐਸਚਨਸ ਦੇਖ ਰਿਹਾ ਸੀ ਇਹਦੇ, ਮਲਟੀਪਲ ਚੋਇਸ ਕੁਐਸਚਨਸ, ਫਿਲ ਇਨ ਦ ਬਲੈਂਕਸ ਅਤੇ ਟਰੂ ਫਾਲਸ ਨਾਟ ਗਿਵਨ, ਯੈਸ ਨੋ ਨਾਟ ਗਿਵਨ ਕਹਿ ਲਓ। ਇਹ ਤਿੰਨੇ ਉਸ ਟਾਈਪ ਦੇ ਕੁਐਸਚਨ ਹੈ ਜਿਹਦੇ 'ਚ ਮੈਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਸਟਰਗਲ ਕਰਦਾ ਦੇਖਦਾ। MCQ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ। ਫਿਲ ਇਨ ਦ ਬਲੈਂਕਸ ਉਹ ਕੁਐਸਚਨ ਜਿਹਦੇ 'ਚ ਹਮੇਸ਼ਾ ਲੋਕੇਸ਼ਨ 'ਤੇ ਪਹੁੰਚ ਕੇ ਗਲਤ ਵਰਡ ਫਿਲ ਕਰ ਦਿੰਦੇ ਆ, ਕੀ ਮਸਲੇ ਦਾ ਹੱਲ ਹੈ। ਅਤੇ ਯੈਸ ਨੋ ਨਾਟ ਗਿਵਨ ਜਿੱਥੇ ਸਾਡੇ ਦਿਮਾਗ ਦਾ ਲੌਜੀਕਲ ਪਾਰਟ ਸਰੈਂਡਰ ਕਰ ਜਾਂਦਾ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੀ ਕਰੀ ਜਾਂਦੇ ਹਾਂ ਕੀ ਨਹੀਂ ਕਰੀ ਜਾਂਦੇ। ਸ਼ਾਇਦ ਮੈਂ ਤੁਹਾਡੀ ਦੁੱਖ ਦੀ ਰਗ 'ਤੇ ਹੱਥ ਲਾਇਆ, ਮਾਫੀ ਚਾਹੂੰਗਾ, ਲੇਕਿਨ ਅੱਜ ਆਪਾਂ ਇਸ ਮਸਲੇ ਦਾ ਹੱਲ ਕਰ ਲੈਣਾ।
ਤਾਂ ਸ਼ੁਰੂ ਕਰਦੇ ਹਾਂ ਜੀ। ਹੁਣ ਆਪਣਾ ਟੀਚਾ ਇਹ ਹੈ, ਇਸ ਸਮੇਂ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਮੇਰੇ ਕੋਲ 4:27 ਹੋਏ ਆ। 4:47 ਤੋਂ ਪਹਿਲਾਂ 20 ਮਿੰਟਾਂ ਦੇ ਅੰਦਰ ਅੰਦਰ ਨਾ ਸਿਰਫ ਮੈਂ ਇਸ ਪੈਸੇਜ ਨੂੰ ਅਟੈਂਪਟ ਕਰਨਾ ਹੈ, ਬਲਕਿ ਤੁਹਾਨੂੰ ਵੀ ਸਮਝਾਉਣਾ ਹੈ ਜੋ ਟਿਪਸ ਮੈਂ ਇੱਥੇ ਅਪਲਾਈ ਕਰੂੰਗਾ, ਜਿਹਦੇ ਅਨੁਸਾਰ ਮੈਂ ਇਸ ਪੈਸੇਜ ਨੂੰ ਅਟੈਂਪਟ ਕਰ ਰਿਹਾ। ਬਹੁਤ ਸਾਰੀਆਂ ਬਰੀਕ ਅਤੇ ਮੋਟੀਆਂ ਗੱਲਾਂ ਤੁਹਾਨੂੰ ਪਤਾ ਲੱਗਣਗੀਆਂ ਜੋ ਤੁਹਾਡੀ ਰੀਡਿੰਗ ਨੂੰ ਇੰਪਰੂਵ ਕਰ ਸਕਦੀਆਂ, ਅਤੇ ਫਿਰ ਆਪਾਂ ਆਪਣੇ ਆਨਸਰ ਚੈੱਕ ਕਰਾਂਗੇ। ਦੇਖਦੇ ਹਾਂ ਹਰਦੇਵ ਸਰ ਜੋ ਐਕਚੁਅਲ ਐਗਜ਼ਾਮ 'ਚ 9 ਸਕੋਰ ਕਰ ਚੁੱਕੇ ਆ, ਉਹ ਇੱਥੇ 9 ਕਰ ਪਾਉਂਦੇ ਆ ਕਿ ਨਹੀਂ, ਸਾਰੇ ਦੇ ਸਾਰੇ ਆਪਣੇ ਆਨਸਰ ਸਹੀ ਜਾਂਦੇ ਆ ਕਿ ਨਹੀਂ। ਅਤੇ ਥੋੜ੍ਹੀ ਜਿਹੀ ਬੇਇੱਜ਼ਤੀ ਵਾਲੀ ਗੱਲ ਹੋਊਗੀ ਜੇ ਮੈਂ ਕੋਈ ਆਨਸਰ ਇੱਥੇ ਗਲਤ ਕਰ ਗਿਆ, ਬਟ ਫਿਰ ਵੀ ਮੈਂ ਉਮੀਦ ਕਰਦਾ ਤੁਹਾਨੂੰ ਇਸ ਤੋਂ ਫਾਇਦਾ ਮਿਲੂਗਾ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੇਖਦੇ ਹਾਂ ਵੀ ਆਪਾਂ ਸ਼ੁਰੂ ਕਰਨਾ ਕਿੱਥੋਂ ਹੁੰਦਾ। ਬਹੁਤ ਸਾਰੇ ਬੱਚੇ ਇਹ ਗਲਤੀ ਕਰਦੇ ਆ ਵੀ ਉਹ ਕੁਐਸਚਨਸ ਤੋਂ ਸ਼ੁਰੂ ਕਰਦੇ। ਕਦੇ ਵੀ ਕੁਐਸਚਨ ਤੋਂ ਸ਼ੁਰੂ ਨਾ ਕਰੋ। ਅੱਛਾ, ਮੈਂ ਤੁਹਾਨੂੰ ਦੱਸਣਾ ਚਾਹੂੰਗਾ 1 2 ਜੋ ਮੈਂ ਲਿਖਿਆ ਐਕਚੁਅਲ ਰੀਡਿੰਗ 'ਚ ਨਹੀਂ ਸੀ, ਲੇਕਿਨ ਕਿਉਂਕਿ ਆਪਾਂ ਸਲਾਈਡਸ 'ਚ ਵੰਡਿਆ ਹੋਇਆ ਤਾਂ ਪਤਾ ਲੱਗਦਾ ਰਹੂਗਾ ਕਿੰਨੇ ਨੰਬਰ ਪੈਰਾਗ੍ਰਾਫ ਹੈ। ਹਮੇਸ਼ਾ ਟਾਈਟਲ ਨੂੰ ਧਿਆਨ ਨਾਲ ਪੜ੍ਹੋ ਅਤੇ ਪਹਿਲੇ ਪੈਰਾਗ੍ਰਾਫ ਨੂੰ ਧਿਆਨ ਨਾਲ ਪੜ੍ਹੋ। ਕਿਉਂ? ਜਦੋਂ ਤੁਸੀਂ ਇੱਦਾਂ ਕਰਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਸਾਰੇ ਪੈਸੇ ਦਾ ਇੱਕ ਸਾਰ ਜਿਹਾ ਮਿਲ ਜਾਂਦਾ ਵੀ ਕਿੱਦਾਂ ਦੀਆਂ ਗੱਲਾਂ ਹੋਣ ਵਾਲੀਆਂ, ਜੋ ਬਹੁਤ ਜ਼ਰੂਰੀ ਹੈ। ਕਦੇ ਤੁਹਾਡੇ ਨਾਲ ਇੱਦਾਂ ਹੋਇਆ ਵੀ ਪੈਸੇਜ ਪੜ੍ਹ ਲਿਆ ਅਤੇ ਗੱਲ ਹੀ ਪੱਲੇ ਨਹੀਂ ਪਈ ਵੀ ਮੋਟੇ ਤੌਰ 'ਤੇ ਕੀ ਕਹਿ ਰਹੇ ਸੀ, ਇੱਕ ਸੈਂਟੈਂਸ ਸਮਝ ਆ ਗਿਆ ਲੇਕਿਨ ਮੋਟੀ ਗੱਲ ਪੱਲੇ ਨਹੀਂ ਪਈ। ਉਹ ਜਿਹੜੀ ਸਮੱਸਿਆ ਹੁੰਦੀ ਉਹਦਾ ਇਹੀ ਹੱਲ ਹੁੰਦਾ ਕਿ ਪਹਿਲੇ ਪੈਰਾਗ੍ਰਾਫ ਨੂੰ ਸਲੋਲੀ ਧਿਆਨ ਨਾਲ ਪੜ੍ਹੋ। ਇਹੀ ਅਸੀਂ ਕਰਾਂਗੇ। ਆਈ ਕੰਟੇਨ ਮਲਟੀਟਿਊਡਸ, ਮੇਰੇ ਅੰਦਰ ਕਾਫੀ ਕੁਛ ਹੈ। ਵੈਂਡੀ ਮੂਰ ਰਿਵਿਊਜ਼ ਐਟ ਯੰਗਸ ਬੁੱਕਸ ਅਬਾਊਟ ਮਾਈਕਰੋਬਸ। ਅੱਛਾ, ਕਾਫੀ ਕੁਛ ਤੋਂ ਭਾਵ ਇਹ ਹੈ ਵੀ ਜਿਹੜੇ ਕੀਟਾਣੂ ਕਟੂਣੂ ਸਾਡੇ ਅੰਦਰ ਹੁੰਦੇ ਚੰਗੇ ਮਾੜੇ। ਮਾਈਕਰੋਬਸ ਜੋ ਜ਼ਿਆਦਾਤਰ ਮੈਂ ਇਹਨੂੰ ਪੜ੍ਹੂੰਗਾ ਨਹੀਂ, ਠੀਕ ਹੈ। ਜੇ ਤੁਸੀਂ ਪੌਜ਼ ਕਰਕੇ ਪੜ੍ਹਨਾ ਚਾਹੁੰਦੇ ਹੋ ਪੜ੍ਹ ਸਕੋ, ਮੈਂ ਡਾਇਰੈਕਟ ਟ੍ਰਾਂਸਲੇਸ਼ਨ ਕਰੂੰਗਾ। ਮਾਈਕਰੋਬਸ ਜੋ ਕਿ ਜ਼ਿਆਦਾਤਰ ਬੈਕਟੀਰੀਆ ਹੁੰਦੇ ਹੈ, ਉਹ ਇਸ ਪਲੈਨਟ 'ਤੇ ਰਹੇ ਨੇ, ਪੋਪੂਲੇਟ ਕੀਤਾ ਹੈ ਸਿੰਸ ਲੌਂਗ ਬਿਫੋਰ ਐਨੀਮਲ ਲਾਈਫ, ਜਾਨਵਰਾਂ ਦੇ ਆਉਣ ਤੋਂ ਪਹਿਲਾਂ। ਐਂਡ ਦੇ ਵਿਲ ਆਊਟਲਿਵ ਅਸ, ਅਤੇ ਇਹ ਸਾਡੇ ਨਾਲੋਂ ਲੰਬਾ ਚਿਰ ਜਿਉਣਗੇ, ਅਸੀਂ ਖਤਮ ਹੋ ਜਾਵਾਂਗੇ। ਦਿਖਦੇ ਨਹੀਂ, ਇਨਵਿਜ਼ੀਬਲ ਟੂ ਦ ਨੇਕਡ ਆਈ, ਦੇ ਆਰ ਯੂਬੀਕੁਇਟਸ, ਹਰ ਕਿਤੇ ਪਾਏ ਜਾਂਦੇ ਆ। ਦੇ ਇਨਹੈਬਿਟ ਦ ਸੋਇਲ 'ਚ ਵੀ ਹੈਗੇ ਨੇ, soil, air, rocks and water and are present within every form of life। ਹਰ ਕਿਤੇ ਪਾਏ ਜਾਂਦੇ ਆ। ਸੀਵੀਡ 'ਚ ਵੀ ਹੈ, ਕੋਰਲ 'ਚ ਵੀ ਹੈ, ਡੌਗਸ 'ਚ ਹੈ, ਹਿਊਮਨ 'ਚ ਹੈ। ਦੇਖੋ ਇੱਦਾਂ ਦੇ ਸ਼ਬਦਾਂ ਦੇ ਨਾ ਮੀਨਿੰਗ ਪਤਾ ਹੋਣੇ ਜ਼ਰੂਰੀ ਨਹੀਂ ਹੈ, ਮੈਨੂੰ ਪਤਾ ਹੈ, ਪਰ ਮੈਂ ਜਾਣਬੁੱਝ ਕੇ ਨਹੀਂ ਸਮਝਾ ਰਿਹਾ ਕਿਉਂਕਿ ਦੀਜ਼ ਆਰ ਇਰਰੈਲੇਵੈਂਟ। ਗ੍ਰਾਮਰ ਜ਼ਰੂਰੀ ਘੱਟ ਹੁੰਦੀ ਹੈ, ਵੋਕੈਬਲਰੀ ਜ਼ਰੂਰੀ ਜ਼ਿਆਦਾ ਹੁੰਦੀ ਹੈ ਰੀਡਿੰਗ ਲਈ, ਲੇਕਿਨ ਇਹ ਮਤਲਬ ਨਹੀਂ ਹੁੰਦਾ ਵੀ ਰੀਡਿੰਗ ਜਿਹੜੀ ਹੈ ਉਹ ਇੱਕ ਇੱਕ ਵਰਡ ਤੁਹਾਨੂੰ ਸਮਝ ਆਵੇ। ਐਂਡ ਐਜ਼ ਯੋਂਗ ਐਕਸਪਲੇਨਸ ਇਨ ਹਿਜ਼ ਅਟਰਲੀ ਐਬਜ਼ੋਰਬਿੰਗ ਐਂਡ ਹਿਊਜਲੀ ਇੰਪੋਰਟੈਂਟ ਬੁੱਕ, ਬੜੀ ਇੰਟਰਸਟਿੰਗ ਹੈ, ਬਹੁਤ ਧਿਆਨ ਫਾਇਦੇਮੰਦ ਬੁੱਕ ਹੈ। ਵੀ ਮੈਸ ਵਿਦ ਦੈਮ ਐਟ ਆਰ ਪੈਰਲ। ਮੈਂ ਮਾਫੀ ਚਾਹੂੰਗਾ, ਮੈਨੂੰ ਫੋਨ ਆਈ ਜਾ ਰਿਹਾ ਇੱਕ, ਮੈਂ ਉਹਦੇ ਕਰਕੇ ਡਿਸਟਰੈਕਟ ਹੋ ਰਿਹਾ। ਇੱਕ ਮਿੰਟ, ਮੈਨੂੰ ਨਾ ਸਾਇਲੈਂਟ ਕਰ ਹੀ ਲੈਣ ਦਿਓ, ਅਦਰਵਾਈਜ਼ ਇਹ ਕੰਮ ਚੱਲਦਾ ਰਹਿਣਾ। ਹਾਂ, ਅਤੇ ਸਾਡੇ ਸਿਰ 'ਤੇ ਖਤਰਾ ਹੋਊਗਾ ਜੇ ਅਸੀਂ ਉਹਦੇ ਨਾਲ ਪੰਗੇ ਲਏ। ਕੀ ਪਤਾ ਲੱਗਿਆ? ਦੇਖੋ ਮੈਨੂੰ ਇਹ ਪਤਾ ਲੱਗਿਆ ਵੀ ਆਹ ਪੈਸੇ 'ਚ ਦੱਸਣਗੇ ਮਾਈਕਰੋਬਸ ਕੀ ਹੁੰਦੇ ਆ, ਇਹ ਕਿੱਦਾਂ ਡਿਵੈਲਪ ਹੋਏ, ਇਹ ਸਾਡੇ ਨਾਲੋਂ ਵੀ ਜ਼ਿਆਦਾ ਢੀਠ ਕਿਵੇਂ ਹੈ, ਆਊਟਲਿਵ ਕਿੱਦਾਂ ਕਰਨਗੇ, ਇਹ ਕਿੱਥੇ ਕਿੱਥੇ ਮੇ ਵੀ ਪਾਏ ਜਾਂਦੇ ਹੈ, ਵਗੈਰਾ ਵਗੈਰਾ। ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਮਾਈਕਰੋਬ, ਬਾਰੀਕ ਕੀਟਾਣੂ ਜੋ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ, ਉਹਨਾਂ ਦੀ ਮਹੱਤਤਾ, ਅਤੇ ਆਈ ਹੋਪ ਥੋੜ੍ਹਾ ਬਹੁਤ ਉਹਨਾਂ ਦੇ ਨੁਕਸਾਨ, ਦੋਨਾਂ 'ਤੇ ਗੱਲ ਹੋਊਗੀ। ਠੀਕ ਹੈ, ਤਾਂ ਹੁਣ ਆਪਾਂ ਇੱਦਾਂ ਕਰਦੇ ਹਾਂ, ਆਪਾਂ ਕੁਐਸਚਨਸ ਵੱਲ ਜਾਂਦੇ ਹਾਂ। ਇੱਕ ਹੋਰ ਗਲਤੀ ਜੋ ਸਟੂਡੈਂਟਸ ਕਰਦੇ ਆ ਉਹ ਕਰਦੇ ਆ ਕਿ ਮੈਂ ਪਹਿਲੇ ਕੁਐਸਚਨ ਤੋਂ ਹੀ ਸ਼ੁਰੂ ਕਰਨਾ ਹੈ। ਨਹੀਂ, ਮੈਂ ਜਿਵੇਂ ਕਿ ਆਪਣੀ ਰੀਡਿੰਗ ਕੋਰਸ 'ਚ ਦੱਸਦਾ ਹੁੰਦਾ, ਤੁਹਾਨੂੰ ਉਹਨਾਂ ਕੁਐਸਚਨਸ ਤੋਂ ਸ਼ੁਰੂ ਕਰਨਾ ਹੈ ਜਿਹਦੇ ਅੰਦਰ ਕੀਵਰਡ ਮਾਰਕ ਹੋ ਸਕਦੇ ਆ। ਠੀਕ, MCQ ਦੇ ਅੰਦਰ ਕੀਵਰਡ ਮਾਰਕ ਹੋ ਸਕਦੇ ਆ, ਲੇਕਿਨ ਸਭ ਤੋਂ ਜ਼ਿਆਦਾ ਜੋ ਕੀਵਰਡ ਦੀ ਟੈਕਨੀਕ ਕੰਮ ਕਰਦੀ ਹੈ ਉਹ ਇੱਥੇ ਕੰਮ ਕਰਦੀ ਹੈ। ਤਾਂ ਆਪਾਂ ਇਹ ਤੋਂ ਸ਼ੁਰੂ ਕਰਾਂਗੇ। ਮੈਂ 2 ਟੈਕਨੀਕਸ ਯੂਜ਼ ਕਰੂੰਗਾ, ਇੱਕ ਨੂੰ ਮੈਂ ਕਹਿਣਾ ਕੀਵਰਡ ਵਾਲੀ ਟੈਕਨੀਕ, ਦੂਸਰੇ ਨੂੰ ਮੈਂ ਕਹਿਣਾ ਕੁਆਲੀਫਿਕੇਸ਼ਨ ਵਰਡ ਵਾਲੀ ਟੈਕਨੀਕ। ਦੋਨੇ ਕੀ ਨੇ ਤੁਹਾਨੂੰ ਜਦੋਂ ਮੈਂ ਅਟੈਂਪਟ ਕਰੂੰਗਾ ਸਮਝ ਆਉਣਗੀਆਂ ਗੱਲਾਂ। ਤਾਂ ਸਭ ਤੋਂ ਪਹਿਲਾਂ, ਅੱਛਾ ਇੱਕ ਹੋਰ ਚੀਜ਼, ਇੱਥੋਂ ਸ਼ੁਰੂ ਕਰਨਾ ਜ਼ਰੂਰੀ ਨਹੀਂ ਹੈ, ਇਹ ਵੀ ਇੱਕ ਗਲਤੀ ਹੈ। 21 ਨੰਬਰ ਤੋਂ ਨਹੀਂ ਸ਼ੁਰੂ ਕਰਨਾ। ਮੈਂ ਪਤਾ ਕੀ ਕਰਦਾ ਹੁੰਦਾ, ਮੈਂ ਸਾਰਿਆਂ ਨੂੰ ਪੜ੍ਹ ਲੈਣਾ, ਜੇ ਨਾ ਵੀ ਪੜ੍ਹਾਂ ਤਾਂ ਘੱਟੋ ਘੱਟ ਇੱਕ ਸਕੈਨ ਮਾਰਦਾ ਅਤੇ ਇਹ ਦੇਖਦਾ ਵੀ ਕਿਹੜਾ ਵਰਡ ਇੱਥੇ ਇੱਦਾਂ ਦਾ ਪਿਆ ਜੋ ਮੇਰੇ ਲਈ ਲੱਭਣਾ ਬਹੁਤ ਸੌਖਾ ਹੋ ਸਕਦਾ। ਹੁਣ ਜਦੋਂ ਮੈਂ ਇਸ 'ਤੇ ਨਿਗਾਹ ਮਾਰ ਰਿਹਾ ਸੀ ਤਾਂ ਮੇਰੇ ਦਿਮਾਗ 'ਚ ਜਿਹੜਾ ਵਰਡ ਆਇਆ ਉਹ ਆ ਗਿਆ ਡੇਂਗੂ ਫੀਵਰ। ਮੈਨੂੰ ਇਹ ਲੱਗਦਾ ਵੀ ਡੇਂਗੂ ਨੂੰ ਬਦਲ ਕੇ ਨਹੀਂ ਲਿਖ ਸਕਦੇ, ਡੇਂਗੂ ਨੂੰ ਇਸੇ ਤਰ੍ਹਾਂ ਲਿਖਣਗੇ। ਹੁਣ ਤੁਸੀਂ ਸਵਾਲ ਇਹ ਕਰੋਗੇ ਵੀ ਸਰ ਇੱਦਾਂ ਆਪਾਂ ਕਿਉਂ ਕਰ ਰਹੇ ਹਾਂ? ਕਾਰਨ ਇਹ ਹੈ, ਟਰੂ ਯੈਸ ਨੋ ਨਾਟ ਗਿਵਨ ਹਮੇਸ਼ਾ ਸੀਕੁਐਂਸ 'ਚ ਆਉਂਦੇ ਆ। ਜੇ ਮੈਂ ਇਹਨੂੰ ਲੱਭ ਲਾਂ ਤਾਂ ਇਹਦੇ ਸਹਾਰੇ ਮੈਂ ਬਾਕੀਆਂ ਤੱਕ ਸੌਖਾ ਪਹੁੰਚ ਸਕਦਾ।
ਟਰੂ ਫਾਲਸ ਨਾਟ ਗਿਵਨ ਨੂੰ ਪੁੱਠਾ ਵੀ ਪੜ੍ਹਿਆ ਜਾ ਸਕਦਾ ਹੁੰਦਾ, ਇਹਦੇ ਨਾਲ ਤੁਹਾਡੀ ਕੰਪਰੀਹੈਂਸ਼ਨ 'ਤੇ ਕੋਈ ਅਸਰ ਨਹੀਂ ਪਊਗਾ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਡੇਂਗੂ ਫੀਵਰ ਬਾਰੇ। ਇਹਨੂੰ ਪੜ੍ਹਦੇ ਹਾਂ ਪਹਿਲਾਂ ਧਿਆਨ ਨਾਲ। ਐਫਰਟਸ ਟੂ ਕੰਟਰੋਲ ਡੇਂਗੂ ਫੀਵਰ ਹੈਵ ਬੀਨ ਸਰਪ੍ਰਾਈਜ਼ਿੰਗਲੀ ਸਕਸੈਸਫੁਲ। ਜੇ ਉਹਨਾਂ ਨੇ ਇਹ ਵੀ ਕਹਿਤਾ ਨਾ ਵੀ ਸਕਸੈਸਫੁਲ ਰਹੇ ਆ ਇਹਨੂੰ ਕੰਟਰੋਲ ਕਰਨ ਦੇ ਐਫਰਟ, ਤਾਂ ਵੀ ਆਨਸਰ ਸਹੀ ਜਾਂ ਗਲਤ ਨਹੀਂ ਹੋ ਪਾਊਗਾ, ਕਿਉਂਕਿ ਆਹ ਵਰਡ ਦਾ ਵੀ ਧਿਆਨ ਰੱਖਣਾ। ਇਹ ਕੁਆਲੀਫਾਈਂਗ ਵਰਡ ਹੈ। ਮੈਂ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦਾ ਇੱਥੇ, ਫ੍ਰੀ ਕੋਰਸ ਮੇਰਾ ਹੈਗਾ ਉਹਦੇ ਅੰਦਰ ਹੈਗੀ ਹੈ। ਇੱਦਾਂ ਦੇ ਵਰਡ ਕੁਆਲੀਫਾਈਂਗ ਵਰਡ ਹੁੰਦੇ ਆ। ਡੇਂਗੂ ਫੀਵਰ ਜਿਹੜਾ ਹੈ ਉਹਨੂੰ ਕੰਟਰੋਲ ਕਰਨ ਦੇ ਐਫਰਟਸ ਜਿਹੜੇ ਆ ਉਹ ਸਕਸੈਸਫੁਲ ਰਹੇ ਆ। ਤਾਂ ਆਪਾਂ ਇੱਦਾਂ ਕਰਦੇ ਹਾਂ, ਚੱਲਦੇ ਹਾਂ ਜਿੱਥੇ ਡੇਂਗੂ ਫੀਵਰ ਦੀ ਗੱਲ ਹੋਈ ਹੈ। ਕਿਉਂਕਿ ਲਾਸਟ ਵਿੱਚ ਕੁਐਸਚਨਸ ਆ ਰਹੇ ਤਾਂ ਲਾਸਟ ਤੋਂ ਸਕੈਨ ਕਰਨਾ ਸ਼ੁਰੂ ਕਰਦੇ ਹਾਂ। ਹਮੇਸ਼ਾ ਰਾਈਟ ਟੂ ਲੈਫਟ ਜ਼ਿਗਜ਼ੈਗ ਪੈਟਰਨ 'ਚ ਸਕੈਨ ਕਰਨਾ। ਮੈਨੂੰ ਥੋੜ੍ਹਾ ਜਿਹਾ ਮਾਫੀ ਚਾਹੂੰਗਾ, ਇੱਥੇ ਲੇਜ਼ਰ ਪੁਆਇੰਟਰ ਲੈ ਲੈਣ ਦਿਓ। ਇੱਦਾਂ ਜਦੋਂ ਮੈਂ ਇੱਦਾਂ ਕਰੂੰਗਾ ਤਾਂ ਡੇਂਗੂ ਫੀਵਰ ਮੈਨੂੰ ਦਿਖ ਗਿਆ। ਹੋ ਨਹੀਂ ਸਕਦਾ ਕੋਈ ਵਰਡ ਮੇਰੇ ਕੋਲੋਂ ਲੰਘ ਜੇ। ਤਾਂ ਆ ਪਿਆ ਡੇਂਗੂ ਫੀਵਰ। ਇਸੇ ਸੈਂਟੈਂਸ ਦੇ ਅੰਦਰ ਮੈਂ ਦੇਖਣਾ ਵੀ ਉਹਨਾਂ ਨੇ ਉਹ ਗੱਲ ਕਹੀ ਹੈ ਜਿਹੜੀ ਉੱਧਰ ਲਿਖੀ ਸੀ। ਉਹ ਕਹਿ ਰਿਹਾ ਕਿ ਇਨ ਐਨ ਅਟੈਂਪਟ, ਕੋਸ਼ਿਸ਼ ਹੋ ਰਹੀ ਹੈ, ਆਲਰੇਡੀ ਇਹ ਕੋਸ਼ਿਸ਼ ਚੱਲ ਰਹੀ ਹੈ, ਮੋਸਕੀਟੋਜ਼ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ। ਮੋਸਕੀਟੋਜ਼ ਨੂੰ ਬੈਕਟੀਰੀਅਮ ਲਾਏ ਜਾ ਰਹੇ ਆ, ਲੇਕਿਨ ਇਹ ਤਾਂ ਕਿਤੇ ਨਹੀਂ ਕਿਹਾ ਗਿਆ ਵੀ ਉਹ ਕਾਮਯਾਬ ਹੋਇਆ। ਤਾਂ ਸਕਸੈਸਫੁਲ ਦੀ ਗੱਲ ਨਹੀਂ ਹੋਈ, ਸਰਪ੍ਰਾਈਜ਼ਿੰਗਲੀ ਤਾਂ ਚੱਕਰ ਹੀ ਨਹੀਂ ਪਿਆ। ਆਨਸਰ ਕੀ ਆਉਣਾ ਚਾਹੀਦਾ? ਮੇਰੇ ਹਿਸਾਬ ਨਾਲ ਆਉਣਾ ਚਾਹੀਦਾ ਨਾਟ ਗਿਵਨ। ਅੱਛਾ, ਹੁਣ ਥੱਲੇ ਵੱਲ ਜਾਈਏ। ਬਿਲਕੁਲ, ਕਿਉਂਕਿ ਥੱਲੇ ਵੱਲ ਸੌਖਾ ਹੀ ਹੈ, ਬਚੀ ਥੋੜੀ ਜਗ੍ਹਾ ਥੱਲੇ। ਮਾਈਕਰੋਬਸ ਦੈਟ ਰਿਡਿਊਸ ਦ ਰਿਸਕ ਆਫ ਇਨਫੈਕਸ਼ਨ, ਜੋ ਇਨਫੈਕਸ਼ਨ ਦੇ ਰਿਸਕ ਘਟਾਉਂਦੇ ਨੇ ਉਹ ਵਾਲੇ ਮਾਈਕਰੋਬਸ, ਇਹ ਤਾਂ ਲਿਖਿਆ ਹੀ ਹੋਊਗਾ, ਇਹਦੇ ਬਾਰੇ ਨਾ ਸੋਚੋ। ਹੈਵ ਆਲਰੇਡੀ ਬੀਨ ਪੁੱਟ ਇਨਸਾਈਡ। ਆਲਰੇਡੀ ਸਾਡਾ ਕੁਆਲੀਫਿਕੇਸ਼ਨ ਵਰਡ ਹੈ, ਖਤਰਾ ਪੈਦਾ ਕਰ ਸਕਦਾ, ਇਹਨੂੰ ਮੈਂ ਨੋਟ ਕਰੂੰਗਾ। ਬੀਨ ਪੁੱਟ ਇਨਸਾਈਡ ਦ ਵਾਲਸ ਆਫ ਸਮ ਹਸਪੀਟਲ ਵਾਰਡਸ। ਕੋਈ ਮੈਨੂੰ ਇੱਥੇ ਕੀਵਰਡ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲੋਕੇਸ਼ਨ ਮੈਂ ਲੱਭ ਸਕਦਾ। ਇਹ ਬੇਸਿਕਲੀ ਇਹ ਕਹਿ ਰਿਹਾ ਕਿ ਜਿਹੜੇ ਇਨਫੈਕਸ਼ਨ ਘਟਾਉਣ ਵਾਲੇ ਮਾਈਕਰੋਬ ਹੈ ਆਲਰੇਡੀ ਹਸਪਤਾਲਾਂ 'ਚ ਵਰਤੇ ਜਾ ਰਹੇ ਆ, ਆਲਰੇਡੀ ਵਰਤੇ ਜਾ ਰਹੇ ਆ। ਮੈਂ ਅਗਲਾ ਸੈਂਟੈਂਸ ਪੜ੍ਹੂੰਗਾ। ਇਨ ਦ ਫਿਊਚਰ ਅਸੀਂ ਮਾਈਕਰੋਬਸ ਨੂੰ ਮੈਨੀਪੂਲੇਟ ਕਰ ਪਾਵਾਂਗੇ। ਇਹ ਅਸੀਂ ਇੱਦਾਂ ਦੀਆਂ ਬਿਲਡਿੰਗਸ ਬਣਾ ਪਾਵਾਂਗੇ ਜਿਹਦੀ ਕੰਧਾਂ ਦੇ ਅੰਦਰ ਅਸੀਂ, ਉੱਥੇ ਵੀ ਹਸਪੀਟਲ ਵਾਲਸ ਹੀ ਲਿਖਿਆ ਸੀ ਆਈ ਥਿੰਕ, ਰੱਖ ਪਾਵਾਂਗੇ। ਲੇਕਿਨ ਇਹ ਤਾਂ ਕਹਿ ਰਿਹਾ ਫਿਊਚਰ 'ਚ ਇਹ ਹੋਊਗਾ। ਫਿਊਚਰ 'ਚ ਹੋਊਗਾ ਦਾ ਮਤਲਬ ਕੀ ਹੈ? ਵੀ ਹਲੇ ਨਹੀਂ ਹੋਇਆ। ਤਾਂ ਜਿਵੇਂ ਕਿ ਮੈਂ ਪਹਿਲਾਂ ਅੰਦਾਜ਼ਾ ਲਾਇਆ ਸੀ, ਆਲਰੇਡੀ ਨੇ ਇਹਨੂੰ ਫਾਲਸ ਕਰਤਾ। ਇਹ ਫਾਲਸ ਕਿਉਂ ਹੋਇਆ? ਮੈਂ ਗਲਤੀ ਨਾਲ ਫਾਲਸ ਲਿਖ ਰਿਹਾ, ਤੁਹਾਨੂੰ ਨੋ ਲਿਖਣਾ ਚਾਹੀਦਾ। ਇਹ ਨੋ ਹੋਇਆ ਕਿਉਂਕਿ ਅੱਛਾ ਉਹਨਾਂ ਨੇ ਵੈਸੇ ਵੀ ਵਾਰਡਸ ਲਿਖਿਆ ਸੀ, ਡਜ਼ਨਟ ਮੈਟਰ, ਇਹ ਟੈਕਨੀਕ ਹਲੇ ਤੱਕ ਨਹੀਂ ਆਈ। ਵਾਲਸ ਇੱਥੇ ਲਿਖਿਆ ਸੀਗਾ। ਚਲੋ 2 ਅਟੈਂਪਟ ਹੋ ਗਏ, ਬਹੁਤ ਵਧੀਆ। 1.5 ਮਿੰਟ ਸਾਡੇ ਕੋਲੇ ਹੁੰਦਾ ਇੱਕ ਕੁਐਸਚਨ ਲਈ। ਪਤਾ ਨਹੀਂ ਅਸੀਂ ਉਸ ਸਪੀਡ 'ਤੇ ਕਰ ਪਾਵਾਂਗੇ ਕਿ ਨਹੀਂ 20 ਮਿੰਟ ਵਾਲੀ 'ਤੇ, ਬਟ ਤੁਹਾਨੂੰ ਫਾਇਦਾ ਮਿਲਣਾ ਚਾਹੀਦਾ ਇਸ ਵੀਡੀਓ ਦਾ, ਇਹ ਜ਼ਰੂਰੀ ਹੈ। ਹੁਣ ਆਪਾਂ ਉੱਪਰ ਵੱਲ ਚੱਲਾਂਗੇ। ਦ ਕੇਸ ਸਟੱਡੀ ਅਬਾਊਟ ਬੈਕਟੀਰੀਆ ਦੈਟ ਪ੍ਰੀਵੈਂਟ ਸਕਿਡ। ਸਕਿਡ ਕਾਫੀ ਵਧੀਆ ਕੀਵਰਡ ਦਾ ਕੰਮ ਕਰ ਸਕਦਾ, ਲੋਕੇਸ਼ਨ ਲੱਭ ਸਕਦੇ ਹਾਂ। ਉਹਦੀ ਲਿਮਿਟਿਡ ਅਪੀਲ ਹੈ। ਜਿਹੜਾ ਕੇਸ ਸਟੱਡੀ ਬੈਕਟੀਰੀਆ ਬਾਰੇ ਸੀ, ਉਸ ਕੇਸ ਸਟੱਡੀ 'ਚ ਕੀ ਦਿਖਾਇਆ ਗਿਆ ਸੀਗਾ ਕਿ ਸਕਿਡ 'ਤੇ ਅਟੈਕ ਨਹੀਂ ਹੁੰਦਾ ਜੇ ਉਹਦੇ ਕੋਲ ਆਹ ਵਾਲੇ ਮਾਈਕਰੋਬਸ ਹੋਣ, ਕਿਉਂਕਿ ਮਾਈਕਰੋਬ ਦੀ ਗੱਲ ਹੋ ਰਹੀ ਹੈ। ਉਹਦੀ ਲਿਮਿਟਿਡ ਅਪੀਲ ਹੈ, ਲੋਕ ਉਹਦੇ 'ਚ ਇੰਟਰਸਟਿਡ ਨਹੀਂ ਹੈ। ਦੇਖਦੇ ਹਾਂ। ਓਕੇ, ਤਾਂ ਜ਼ਿਆਦਾ ਔਖਾ ਨਹੀਂ ਸੀ। ਮੈਂ ਡੇਂਗੂ ਤੋਂ ਉੱਪਰ ਨਿਗਾਹ ਮਾਰੀ ਤਾਂ ਮੈਨੂੰ ਸਕਿਡ ਦਿਖ ਗਿਆ। ਅੱਛਾ, ਕੀ ਕਹਿ ਰਹੇ? ਅਮੰਗ ਦ ਲੈਸ ਅਪੀਲਿੰਗ, ਇੱਥੋਂ ਪੜ੍ਹਨਾ ਪਊਗਾ, ਠੀਕ, ਕਿਉਂਕਿ ਇਹਨਾਂ ਨੇ ਅਨਦਰ ਕਿਹਾ। ਜੇ ਸੈਂਟੈਂਸ ਦੇ ਸ਼ੁਰੂ 'ਚ ਅਨਦਰ ਆ ਰਿਹਾ ਤਾਂ ਪਿਛਲੇ ਤੋਂ ਪੜ੍ਹਨਾ ਸਟਾਰਟ ਕਰੋ, ਕਿਉਂਕਿ ਉਹ ਪਿਛਲੇ ਨਾਲ ਜੁੜਿਆ ਹੋਇਆ। ਉਹ ਕਹਿੰਦੇ ਅਮੰਗ ਦ ਲੈਸ ਅਪੀਲਿੰਗ ਕੇਸਿਸ, ਇਹ ਘੱਟ ਅਪੀਲਿੰਗ ਕੇਸ ਸਟੱਡੀ ਹੈ। ਇੱਕ ਫੰਗਸ ਬਾਰੇ ਹੈ, ਠੀਕ ਹੈ, ਜੋ ਸਾਰਾ ਵਾਈਪ ਕਰ ਰਹੀ ਹੈ। ਇੱਕ ਹੋਰ ਸਟੱਡੀ ਇਹਦੇ ਬਾਰੇ ਹੈ। ਇਹ ਦੋਨੋਂ ਸਟੱਡੀਜ਼ ਲੈਸ ਅਪੀਲਿੰਗ ਹੈ। ਜੇ ਦੋਨੋਂ ਸਟੱਡੀਜ਼ ਲੈਸ ਅਪੀਲਿੰਗ ਹੈ ਤਾਂ ਲਿਮਿਟਿਡ ਅਪੀਲ ਹੈ ਇਹਨਾਂ ਦੀ। ਬਿਲਕੁਲ ਸੱਚ ਹੈ ਜੀ ਗੱਲ, ਇਹ ਵਾਲੇ ਕੇਸ ਦੀ ਲਿਮਿਟਿਡ ਅਪੀਲ ਹੈ। ਮੈਂ ਬਹੁਤ ਜ਼ਿਆਦਾ ਧਿਆਨ ਨਾਲ ਨਹੀਂ ਪੜ੍ਹ ਰਿਹਾ, ਇਹਦਾ ਮਤਲਬ ਇਹ ਹੋ ਸਕਦਾ ਹੈ ਵੀ ਆਪਾਂ ਕਿਤੇ ਕਿਤੇ ਨਾਟ ਗਿਵਨ ਨੂੰ ਯੈਸ ਲਾ ਦਈਏ, ਤਾਂ ਉਹ ਗਲਤੀ ਸੁਧਾਰੀਏ। ਠੀਕ ਹੈ। ਪ੍ਰੋਟੈਕਟ ਅਗੇਂਸਟ ਪ੍ਰੈਡੇਟਰਸ, ਪ੍ਰੈਡੇਟਰਸ ਤੋਂ ਉਹਨਾਂ ਦਾ ਬਚਾਅ ਹੁੰਦਾ। ਇਹ ਵੀ ਆਪਣਾ ਮੈਚ ਹੋ ਗਿਆ, ਕਿਉਂਕਿ ਪੂਰੀ ਗੱਲ ਇਹ ਸੀਗੀ ਪ੍ਰੀਵੈਂਟ ਸਕਿਡ ਫਰਮ ਬੀਇੰਗ ਅਟੈਕਡ, ਤਾਂ ਸ਼ਿਕਾਰੀ ਉਹਨਾਂ 'ਤੇ ਅਟੈਕ ਕਰਨਗੇ। ਤਾਂ ਇਹ ਗਲਤੀ ਕੋਈ ਵੀ ਕਰ ਸਕਦਾ ਜੀ। ਦੇਖੋ ਮੈਂ ਟੀਚਰ ਹਾਂ, ਮੈਂ ਫਿਰ ਵੀ ਆ ਗਲਤੀ ਕਰਨ ਲੱਗਿਆ ਸੀ ਕਿ ਬਾਕੀ ਚੀਜ਼ਾਂ ਮੈਚ ਕਰਨੀਆਂ ਭੁੱਲ ਗਏ, ਤੇ ਤੁਸੀਂ ਵੀ ਕਰਦੇ ਹੋਵੋਗੇ, ਤਾਂ ਇਹ ਵੀ ਇੱਕ ਸਿੱਖਣ ਵਾਲੀ ਚੀਜ਼ ਹੈ। ਯੋਂਗਸ ਬੁੱਕ ਕੰਟੇਨਸ ਮੋਰ ਕੇਸ ਸਟੱਡੀਜ਼ ਦੈਨ ਆਰ ਨੈਸੈਸਰੀ। ਯੋਂਗਸ ਦੀ ਬੁੱਕਸ 'ਚ ਜਿਹੜੀਆਂ ਕੇਸ ਸਟੱਡੀ ਉਹ ਜ਼ਰੂਰਤ ਤੋਂ ਜ਼ਿਆਦਾ ਹੀ ਹੈ, ਲੋੜ ਤੋਂ ਵੱਧ ਹੀ ਹੈ। ਤਾਂ ਦੇਖਦੇ ਹਾਂ ਕਿੱਥੇ ਹੈ ਯੋਂਗ ਦੀ ਬੁੱਕ ਦੀ ਗੱਲ। ਇਸ ਤੋਂ ਪਹਿਲਾਂ ਇੱਥੇ ਹੋ ਰਹੀ ਹੈ? ਨਹੀਂ, ਉੱਪਰ ਨਹੀਂ ਹੋ ਰਹੀ। ਇੱਥੋਂ ਸਟਾਰਟ ਹੋ ਰਹੀ ਹੈ। ਜੇ ਇੱਥੋਂ ਸਟਾਰਟ ਹੋ ਰਹੀ ਹੈ, ਯੋਂਗ ਦੀ ਬੁੱਕ ਅਨਗਲੈਮਰਸ ਵਰਲਡ ਲਈ ਤਿਆਰ ਹੋਣੀ ਚਾਹੀਦੀ ਹੈ। ਇਹਦਾ ਤਾਂ ਕੋਈ ਮਤਲਬ ਨਹੀਂ ਬਣਿਆ।
ਯੋਂਗ ਦੀ ਬੁੱਕ 'ਚ ਜ਼ਿਆਦਾ ਕੇਸ ਸਟੱਡੀਜ਼ ਹੈ ਜ਼ਰੂਰਤ ਤੋਂ। ਫਿਲਹਾਲ ਮੈਨੂੰ ਇਹ ਨਾਟ ਗਿਵਨ ਲੱਗ ਰਿਹਾ, ਬਟ ਫਿਰ ਵੀ ਮੈਂ ਇਹਨੂੰ ਕੁਐਸਚਨ ਦੇ ਦਾਇਰੇ 'ਚ ਰੱਖੂੰਗਾ, ਕਿਤੇ ਹੋਰ ਉੱਪਰ ਨਾ ਆਵੇ। ਖੈਰ, ਇਟਸ ਅ ਗੁੱਡ ਆਈਡੀਆ ਟੂ ਇਨਸ਼ੋਰ ਦੈਟ ਚਿਲਡਰਨ ਕਮ ਇਨ ਟੂ ਕੰਟੈਕਟ ਵਿਦ ਐਜ਼ ਫਿਊ ਬੈਕਟੀਰੀਆ ਐਜ਼ ਪੋਸੀਬਲ। ਬੱਚੇ ਬੈਕਟੀਰੀਆ ਦੇ ਕੰਟੈਕਟ 'ਚ ਨਾ ਆਉਣ, ਇਹ ਚੰਗੀ ਗੱਲ ਹੈ। ਚੰਗੀ ਗੱਲ ਹੈ ਕਿ ਮਾੜੀ ਗੱਲ ਹੈ, ਦੇਖਦੇ ਹਾਂ। ਬੱਚੇ ਸਾਡਾ ਕੀਵਰਡ ਹੋ ਸਕਦੇ ਆ, ਚਿਲਡਰਨ ਜਾਂ ਯੰਗ ਪੀਪਲ, ਮੈਨੂੰ ਧਿਆਨ 'ਚ ਰੱਖਣਾ। ਇਹ ਸਭ ਤੋਂ ਦੋ ਕਾਮਨ ਤਰੀਕੇ ਹੁੰਦੇ ਆ ਇਹਨੂੰ ਲਿਖਣ ਦੇ। ਅੱਛਾ, ਜੇ ਮੈਂ ਹੁਣ ਸਕੈਨ ਕਰਨ ਲੱਗ ਜਾਵਾਂ ਉਸੇ ਤਰ੍ਹਾਂ ਹੀ, ਮੈਂ ਰਾਈਟ ਟੂ ਲੈਫਟ ਸਕੈਨ ਕਰ ਰਿਹਾ, ਦੇਖਦੇ ਹਾਂ ਮੈਨੂੰ ਚਿਲਡਰਨ ਲੱਭਦਾ ਹੈ ਕਿ ਨਹੀਂ ਲੱਭ ਗਿਆ। ਅਦਰ ਸਟੱਡੀ ਸ਼ੋ ਦੈਟ ਕੀਪਿੰਗ ਅ ਡੌਗ ਐਜ਼ ਅ ਪੈਟ ਗਿਵਸ अर्ਲੀ ਐਕਸਪੋਜਰ। ਜੇ ਤੁਸੀਂ ਕੁੱਤਾ ਰੱਖਦੇ ਹੋ ਤਾਂ ਬੱਚੇ ਨੂੰ अर्ਲੀ ਐਕਸਪੋਜਰ ਮਿਲ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਬੈਕਟੀਰੀਆ ਦਾ, ਜਿਹਦੇ ਨਾਲ ਉਹਨੂੰ ਫਾਇਦਾ ਹੁੰਦਾ ਪ੍ਰੋਟੈਕਸ਼ਨ 'ਚ। ਇਹ ਤਾਂ ਵਧੀਆ ਕਹਿ ਰਹੇ ਆ, ਇਹ ਤਾਂ ਕਹਿ ਰਹੇ ਬੱਚਿਆਂ ਨੂੰ ਦਿਓ ਐਕਸਪੋਜਰ, ਕੰਟੈਕਟ ਵਿੱਚ ਲਿਆਓ, ਤਾਂ ਇਹ ਯੈਸ ਹੈ। It is possible that using antibacterial products in the home fails to have the desired effect। ਇਹ ਗੱਲ ਸੰਭਵ ਹੈ ਕਿ ਜਿਹੜੇ ਐਂਟੀਬੈਕਟੀਰੀਅਲ ਪ੍ਰੋਡਕਟ ਹੈ ਉਹਨਾਂ ਨੂੰ ਵਰਤਣਾ, ਇਹ ਸਾਡਾ ਕੀਵਰਡ ਵੀ ਹੋ ਸਕਦਾ। ਇਨ ਦ ਹੋਮ ਫੇਲਸ ਟੂ ਹੈਵ ਦ ਡਿਜ਼ਾਇਰਡ ਇਫੈਕਟ, ਹੋ ਸਕਦਾ ਵੀ ਉਹਦਾ ਉਹ ਅਸਰ ਨਾ ਹੋਵੇ ਜੋ ਅਸੀਂ ਸੋਚ ਰਹੇ ਹਾਂ। ਦੇਖਦੇ ਹਾਂ ਇਹਦਾ ਆਨਸਰ ਕੀ ਆਉਂਦਾ, ਯਾਨੀ ਉਹ ਮਾਰਨ 'ਚ ਨਾ ਸ਼ਮਤਾ, ਮਾਰਨ ਦੀ ਸ਼ਮਤਾ ਨਾ ਰੱਖਦੇ ਹੋਣ। ਮੈਨੂੰ ਸਿੱਧਾ ਹੀ ਦਿਖ ਗਿਆ ਆਨਸਰ। There are studies indicating that the excessive use of household detergents and antibacterial products actually destroys the microbes that normally keep more dangerous germs at bay। ਦੇਖੋ, ਕੁਝ ਕੀਟਾਣੂ ਬਾਕੀ ਖਤਰਨਾਕ ਕੀਟਾਣੂਆਂ ਨੂੰ ਮਾਰਦੇ ਆ, ਤੁਸੀਂ ਐਂਟੀਬੈਕਟੀਰੀਅਲ ਪ੍ਰੋਡਕਟ ਨਾਲ ਜੇ ਮਿੱਤਰ ਕੀੜਿਆਂ ਨੂੰ ਵੀ ਮਾਰ ਦੋਗੇ, ਮਿੱਤਰ ਕੀਟਾਣੂਆਂ ਨੂੰ ਵੀ, ਤਾਂ ਇਹਦੇ ਨਾਲ ਦੂਜੇ ਕੀਟਾਣੂ ਵੱਧ ਜਾਣਗੇ, ਕਿਉਂਕਿ ਉਹਨਾਂ ਦਾ ਕੰਮ ਹੈ ਖਤਰਨਾਕ ਕੀਟਾਣੂਆਂ ਨੂੰ ਮਾਰਨਾ। ਇਹ ਗੱਲ ਬਿਲਕੁਲ ਸੱਚ ਹੈ ਕਿ ਕਦੇ ਕਦੇ ਇਹਦਾ ਡਿਜ਼ਾਇਰਡ ਇਫੈਕਟ ਨਹੀਂ ਹੁੰਦਾ। ਕਿਉਂ? ਡਿਜ਼ਾਇਰਡ ਇਫੈਕਟ ਤਾਂ ਇਹ ਹੈ ਨਾ ਕਿ ਇਹ ਬੈਕਟੀਰੀਆ ਨੂੰ ਮਾਰੇ, ਇਹਦਾ ਨਾਂ ਐਂਟੀ ਬੈਕਟੀਰੀਅਲ ਹੈ। ਤਾਂ ਆਨਸਰ ਬਿਲਕੁਲ ਯੈਸ ਹੈ। ਕੁਆਲੀਫਾਈਂਗ ਵਰਡਸ, ਕੀਵਰਡ, ਜੇ ਦੋ ਚੀਜ਼ਾਂ ਸਮਝ ਲੀਆਂ, ਯੈਸ ਨੋ ਨਾਟ ਗਿਵਨ ਤੁਹਾਨੂੰ ਪਰੇਸ਼ਾਨ ਕਰਨਾ ਬੰਦ ਕਰ ਦੂਗਾ। ਅਤੇ ਬਹੁਤ ਸਾਰੇ ਬੱਚੇ ਇਸ ਮਸਲੇ 'ਚ ਉਲਝਦੇ ਹੈ ਕਿ ਨਾਟ ਗਿਵਨ ਲਾਇਆ ਜਾਵੇ ਕਿ ਟਰੂ ਫਾਲਸ ਲਾਇਆ ਜਾਵੇ। ਦੇਖੋ, ਮੈਂ ਤੁਹਾਨੂੰ ਨਾ ਸਿੰਪਲ ਜੀ ਗੱਲ ਦੱਸੂਗਾ, ਬਾਕੀ ਮੇਰੇ ਕੋਰਸ 'ਚ ਕਾਫੀ ਡਿਟੇਲ 'ਚ ਕੀਤੀ ਗਈ ਹੈ। ਉਹ ਇਹ ਹੁੰਦੀ ਹੈ ਵੀ ਤੁਹਾਨੂੰ ਇਹ ਸਮਝ ਲੈਣਾ ਵੀ ਫਾਲਸ ਜਾਂ ਨੋ ਦਾ ਮਤਲਬ ਹੁੰਦਾ ਹੈ ਐਂਟੀ ਗੱਲ ਕੀਤੀ ਗਈ ਹੈ, ਅਤੇ ਟਰੂ ਦਾ ਮਤਲਬ ਹੁੰਦਾ ਪ੍ਰੋ ਗੱਲ, ਫੇਵਰ 'ਚ ਗੱਲ ਕੀਤੀ ਗਈ ਹੈ। ਜੇ ਦੋਨਾਂ 'ਚ ਕੋਈ ਗੱਲ ਹੋਈ ਨਹੀਂ ਤਾਂ ਫਿਰ ਉਹ ਨਾਟ ਗਿਵਨ ਹੀ ਹੋਣਾ। ਬਹੁਤੇ ਵਾਰੀ ਅਸੀਂ ਕੀ ਗਲਤੀ ਕਹਿੰਦੇ ਹਾਂ, ਆਪਾਂ ਕਹਿੰਦੇ ਵੀ ਪੈਸੇ 'ਚ ਆ ਗੱਲ ਨਹੀਂ ਕਹੀ ਇਸ ਕਰਕੇ ਝੂਠ ਹੈ। ਆਹ ਲੌਜਿਕ ਗਲਤ ਹੈ, ਇਹ ਲੌਜਿਕ ਨਹੀਂ ਹੋ ਸਕਦਾ। ਲੌਜਿਕ ਕੀ ਹੈ ਕਿ ਜੇ ਪੈਸੇ 'ਚ ਗੱਲ ਉਲਟੀ ਕਹੀ ਹੈ ਤਾਂ ਫਾਲਸ ਹੈ, ਸਿੱਧੀ ਕਹੀ ਹੈ ਤਾਂ ਟਰੂ ਹੈ, ਅਦਰਵਾਈਜ਼ ਹਰ ਕੇਸ 'ਚ ਨਾਟ ਗਿਵਨ ਹੈ। ਐਨੀਵੇਜ਼, ਹੁਣ ਆਪਾਂ ਇਹ ਤੋਂ ਬਾਅਦ ਜਾਂਦੇ ਹਾਂ MCQ ਵੱਲ। ਜਿਵੇਂ ਕਿ ਮੈਂ ਦੱਸਿਆ, ਮੈਂ ਤੁਹਾਨੂੰ ਇੱਕ ਚੀਜ਼ ਪ੍ਰੂਵ ਕਰਨਾ ਚਾਹੁੰਦਾ ਵੀ ਕੁਐਸਚਨਸ ਨੂੰ ਸੀਕੁਐਂਸ 'ਚ ਕਰਨਾ ਜ਼ਰੂਰੀ ਨਹੀਂ ਹੁੰਦਾ। MCQ ਬਾਰੇ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਵੀ ਅਸੀਂ ਆਪਸ਼ਨਸ ਪਹਿਲਾਂ ਪੜ੍ਹਦੇ ਹਾਂ। ਮੈਨੂੰ ਚੰਗੀ ਤਰ੍ਹਾਂ ਪਤਾ ਬਹੁਤ ਸਾਰੇ ਟੀਚਰਸ ਇਹ ਮੈਥਡ ਸੁਜੈਸਟ ਕਰਦੇ ਆ। ਜੇ ਮੈਥਡ ਤੁਹਾਡੇ ਲਈ ਕੰਮ ਕਰਦਾ ਤਾਂ ਜ਼ਰੂਰ ਵਰਤੋ ਜੀ, ਪਰ ਮੈਂ ਆਪਣੇ ਐਕਸਪੀਰੀਅੰਸ 'ਚ ਹਜ਼ਾਰਾਂ ਸਟੂਡੈਂਟਸ ਨੂੰ ਪੜ੍ਹਾਇਆ, ਮੈਂ ਨਹੀਂ ਕਿਸੇ ਸਟੂਡੈਂਟ ਨੂੰ ਦੇਖਿਆ ਜਿਹੜਾ ਇਸ ਤਰੀਕੇ ਨਾਲ MCQ ਬੈਟਰ ਕਰ ਪਾਵੇ। ਹੁੰਦਾ ਕੀ ਹੈ ਕਿ ਜਦੋਂ ਤੁਸੀਂ ਇਹਦੇ ਆਪਸ਼ਨਸ ਪਹਿਲਾਂ ਪੜ੍ਹ ਲੈਂਦੇ ਹੋ, ਫਿਰ ਕੀ ਪ੍ਰੋਬਲਮ ਹੁੰਦੀ ਹੈ, ਉਦੋਂ ਬਾਅਦ ਤੁਹਾਨੂੰ ਇਹ ਆਨਸਰ ਦਿਖਣੇ ਸ਼ੁਰੂ ਹੋ ਜਾਂਦੇ ਉੱਥੇ। ਤੁਸੀਂ ਸਮਝਣ ਦਾ ਮਕਸਦ ਛੱਡ ਕੇ ਲੱਭਣ ਦਾ ਜਿਹੜਾ ਮਕਸਦ ਲੈ ਲੈਂਦੇ ਹੋ, ਉਹਦੇ 'ਚ ਪ੍ਰੋਬਲਮ ਇਹ ਹੈ ਵੀ ਇੱਕ ਅੱਧਾ ਹੀ ਹੁੰਦਾ ਜਿਹੜਾ ਨਾ ਹੋਵੇ ਪੈਸੇ 'ਚ, ਬਾਕੀ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਰੂਪ 'ਚ ਕਹੀਆਂ ਗਈਆਂ ਹੁੰਦੀਆਂ। ਚਲਿਓ, ਐਨੀਵੇਜ਼, what point does the writer make about microbes in the first paragraph? ਚਲੋ, ਚੰਗੀ ਗੱਲ ਹੈ ਲੋਕੇਸ਼ਨ ਦੇਤੀ, ਅਦਰਵਾਈਜ਼ ਸਾਨੂੰ ਲੱਭਣੀ ਪੈਣੀ ਸੀ ਸਕੈਨ ਕਰਕੇ। ਕੀ ਕਹਿਣਾ ਚਾਹ ਰਿਹਾ ਮਾਈਕਰੋਬਸ ਬਾਰੇ ਰਾਈਟਰ ਪਹਿਲੇ ਪੈਰਾਗ੍ਰਾਫ 'ਚ? ਦੇਖੋ, ਆਪਾਂ ਆਲਰੇਡੀ ਪਹਿਲਾ ਪੈਰਾਗ੍ਰਾਫ ਪੜ੍ਹ ਲਿਆ। ਮੈਨੂੰ ਜਿੱਥੋਂ ਤੱਕ ਯਾਦ ਹੈ, ਦੋ ਬਹੁਤ ਵੱਡੀਆਂ ਗੱਲਾਂ ਕਹੀਆਂ ਕਿ ਸਾਡੇ ਨਾਲੋਂ ਪਹਿਲਾਂ ਆਏ ਹੈ ਅਤੇ ਸਾਡੇ ਤੋਂ ਬਾਅਦ ਵੀ ਰਹਿਣਗੇ। ਇਸ ਤੋਂ ਇਲਾਵਾ ਇਹ ਗੱਲ ਕਹੀ ਗਈ ਹੈ ਕਿ ਇਨਵਿਜ਼ੀਬਲ ਹੈ, ਠੀਕ, ਸਾਰੇ ਕਿਤੇ ਪਾਏ ਜਾਂਦੇ ਹੈ, ਇਹ ਗੱਲ ਕਹੀ ਗਈ ਹੈ। ਐਂਡ ਯੋਂਗ ਨੇ ਇਹਦੇ ਬਾਰੇ ਬੁੱਕ ਲਿਖੀ, ਇਹ ਤੋਂ ਰਿਲੇਟਿਡ ਨਹੀਂ ਹੈ। ਤਾਂ ਜਾਂ ਤਾਂ ਡਿਵੈਲਪਮੈਂਟ ਤੋਂ ਰਿਲੇਟਿਡ ਆਨਸਰ ਆਉਣਾ ਹੈ, ਜਾਂ ਇਹਨਾਂ ਦੇ ਇਨਵਿਜ਼ੀਬਲ ਹੋਣ ਤੋਂ, ਜਾਂ ਸਾਰੇ ਕਿਤੇ ਹੋਣ ਤੋਂ। ਦੇਖਦੇ ਹਾਂ ਕਿਹੜਾ ਆਨਸਰ ਹੈ। ਦੇ ਅਡੈਪਟ ਕੁਇਕਲੀ ਟੂ ਦੀ ਇਨਵਾਇਰਮੈਂਟ, ਮੈਨੂੰ ਨਹੀਂ ਲੱਗਦਾ। ਹਰ ਕਿਤੇ ਪਾਏ ਜਾਂਦੇ ਹੈ ਤਾਂ ਕਿਤੇ ਨਹੀਂ ਕਿਹਾ ਵੀ ਅਡੈਪਟ ਕਰਦੇ ਆ। ਦ ਰਿਸਕ ਦੇ ਪੋਜ਼ ਹੈਜ਼ ਬੀਨ ਐਗਜ਼ੈਜਰੇਟਿਡ, ਉਹਨਾਂ ਦਾ ਰਿਸਕ ਜਿਹੜਾ ਉਹਨੂੰ ਵਧਾ ਚੜਾ ਕੇ ਦਿੱਤਾ ਗਿਆ। ਮੈਨੂੰ ਤਾਂ ਨਹੀਂ ਲੱਗਦਾ ਮੈਂ ਇਹ ਚੀਜ਼ ਪੜ੍ਹੀ ਹੈ। ਦੇ ਆਰ ਮੋਰ ਪਲੈਂਟੀਫੁਲ ਇਨ ਐਨੀਮਲ ਲਾਈਫ ਦੈਨ ਪਲਾਂਟ ਲਾਈਫ, ਇਹ ਵੀ ਨਹੀਂ ਕਿਹਾ। ਸਾਰੇ ਕਿਤੇ ਪਾਏ ਜਾਂਦੇ ਉਹਨਾਂ ਨੇ ਕਿਹਾ। ਦੇ ਵਿਲ ਕੰਟੀਨਿਊ ਟੂ ਐਗਜ਼ਿਸਟ ਫॉर ਲੌਂਗਰ ਦੈਨ ਹਿਊਮਨ ਰੇਸ, ਉਹ ਸਾਡੇ ਨਾਲੋਂ ਜ਼ਿਆਦਾ ਲੰਬਾ ਸਮਾਂ ਜਿਉਣਗੇ। ਆਊਟਲਿਵ ਸਾਫ਼ ਤੌਰ 'ਤੇ ਉੱਥੇ ਲਿਖਿਆ ਹੋਇਆ ਸੀਗਾ, ਬਿਲਕੁਲ ਪਹਿਲਾ ਅਤੇ ਸ਼ਾਇਦ ਪ੍ਰਮੁੱਖ ਦਾਅਵਾ ਸੀ ਇਹਦੇ ਬਾਰੇ। ਇਨ ਦ ਸੈਕਿੰਡ ਪੈਰਾਗ੍ਰਾਫ ਦ ਰਾਈਟਰ ਇਜ਼ ਇੰਪ੍ਰੈਸਡ ਬਾਏ ਦ ਫੈਕਟ। ਤੁਸੀਂ ਇੱਕ ਗੱਲ ਬੜੀ ਆਮ ਦੇਖੋਗੇ MCQs ਦੇ ਅੰਦਰ, ਇਮੋਸ਼ਨਸ ਦੀ ਗੱਲ ਬਹੁਤ ਹੁੰਦੀ ਹੈ। ਜਿਵੇਂ ਕਿ ਇਹ ਖੁਦ ਨੂੰ ਸਵਾਲ ਇਹ ਕਰਨਾ ਹੈ ਵੀ ਇਹਨੂੰ ਹੋਰ ਕਿਹੜੇ ਸ਼ਬਦਾਂ 'ਚ ਲਿਖਿਆ ਜਾ ਸਕਦਾ ਹੈ।
मे बी इंप्रैस ਨੂੰ ਲਿਖਿਆ ਜਾ ਸਕਦਾ ਹੈ, ਸਰਪ੍ਰਾਈਜ਼ਡ, ਮੇ ਬੀ ਉਹਨੂੰ ਅਮੇਜ਼ਡ ਲਿਖਿਆ ਜਾ ਸਕਦਾ ਹੈ, ਮੇ ਬੀ ਕੋਈ ਹੋਰ ਵਰਡ ਵਰਤਿਆ ਜਾ ਸਕਦਾ ਹੈ। ਜਿੱਥੇ ਤੁਹਾਨੂੰ ਇੱਦਾਂ ਦਾ ਸ਼ਬਦ ਲੱਭਿਆ ਉਦੋਂ ਬਾਅਦ ਤੁਹਾਡਾ ਆਨਸਰ ਆਊਗਾ। ਜੇ ਤੁਸੀਂ ਆਪਸ਼ਨਸ ਪੜ੍ਹ ਰਹੇ ਹੋ ਤਾਂ ਇਹ ਬੁਰੀ ਆਦਤ ਨੂੰ ਛੱਡਣਾ ਹੈ ਜੀ। ਮੈਂ ਸ਼ੁਰੂ 'ਚ ਹੀ ਕਿਹਾ ਸੀ ਇੰਪਰੂਵਮੈਂਟ ਤਾਂ ਹੋਊਗੀ ਜੇ ਪੁਰਾਣੀਆਂ ਆਦਤਾਂ ਛੱਡ ਕੇ ਜੋ ਆਦਤਾਂ ਮੈਂ ਦੱਸ ਰਿਹਾ ਉਹ ਪਾਉਂਗੇ। ਠੀਕ। ਅੱਛਾ, ਰਾਈਟਰ ਕਿਹੜੀ ਗੱਲ ਨੂੰ ਲੈ ਕੇ ਇੰਪ੍ਰੈਸ ਹੈ ਦੇਖਦੇ ਹਾਂ ਦੂਸਰੇ ਪੈਰਾਗ੍ਰਾਫ 'ਚ। ਪਹਿਲਾਂ ਤਾਂ ਸਕੈਨ ਕਰੀਏ, ਦੇਖੀਏ ਸਾਨੂੰ ਕੁਛ ਇੰਪ੍ਰੈਸ ਵਰਗੀ ਚੀਜ਼ ਦਿਖ ਰਹੀ ਹੈ ਕਿ ਨਹੀਂ। What is amazing is that ਇੱਥੇ ਸਾਡਾ ਆਨਸਰ ਆਊਗਾ guaranteed. While the number of human cells in the average person is 30 trillion, ਸਾਡੇ ਅੰਦਰ ਜਿਹੜੇ ਸਾਡੇ ਸੈੱਲ ਨੇ ਉਹ ਤਾਂ 30 ਟ੍ਰਿਲੀਅਨ ਹੈ, ਮਾਈਕਰੋਬੀਅਲ ਸੈੱਲ ਜਿਹੜੇ ਆ ਉਹ 39 ਟ੍ਰਿਲੀਅਨ ਹੈ। ਤਾਂ ਅਮੇਜ਼ਿੰਗ ਗੱਲ ਇਹ ਹੈ ਵੀ ਅਸੀਂ ਇਨਸਾਨ ਨਾਲੋਂ ਜ਼ਿਆਦਾ ਮਾਈਕਰੋਬ ਆ, ਕਿਉਂਕਿ ਸਾਡੇ ਅੰਦਰ ਮਾਈਕਰੋਬ ਜ਼ਿਆਦਾ ਜਿਉਂ ਰਿਹਾ, ਸਾਡੇ ਸੈੱਲ ਘੱਟ ਜਿਉਂ ਰਿਹਾ। ਤਾਂ ਈਚ ਸਪੀਸੀਜ਼ ਟੈਂਡ ਟੂ ਹੈਵ ਵਾਸਟਲੀ ਡਿਫਰੈਂਟ ਮਾਈਕਰੋਬਸ, ਮੈਨੂੰ ਨਹੀਂ ਲੱਗਦਾ। ਸਮ ਪਾਰਟਸ ਆਫ ਦ ਬੋਡੀ ਕੰਟੇਨ ਰਿਲੇਟਿਵਲੀ ਫਿਊ ਮਾਈਕਰੋਬਸ, ਮੈਨੂੰ ਨਹੀਂ ਲੱਗਦਾ। ਐਵਰੇਜ ਇੰਡੀਵਿਜੂਅਲ, ਆਮ ਇਨਸਾਨ ਹੈਜ਼ ਮੋਰ ਮਾਈਕਰੋਬੀਅਲ ਸੈਲਸ ਦੈਨ ਹਿਊਮਨ ਵਨਸ, ਇਨਸਾਨੀ ਸੈੱਲ ਦੇ ਮੁਕਾਬਲੇ ਮਾਈਕਰੋਬੀਅਲ ਸੈੱਲ ਜ਼ਿਆਦਾ ਹੈ। ਸਾਫ਼ ਸਾਡਾ ਇਹ ਆਨਸਰ ਹੈ, ਚੌਥਾ ਦੇਖਣ ਦੀ ਜ਼ਰੂਰਤ ਵੀ ਨਹੀਂ। ਰਾਈਟਰ ਪੰਜਵੇਂ ਪੈਰਾਗ੍ਰਾਫ 'ਚ ਕੀ ਕਰ ਰਿਹਾ? ਸਭ ਤੋਂ ਮੁਸ਼ਕਿਲ ਕਿਸਮ ਦੇ ਕੁਐਸਚਨ, ਕਿਉਂਕਿ ਜਨਰਲ ਹੈ, ਪੈਰਾਗ੍ਰਾਫ ਨੂੰ ਸਮਝਣਾ ਪਊਗਾ ਡਿਟੇਲ 'ਚ, ਫੇਰ ਹੀ ਗੱਲ ਪੱਲੇ ਪੈਣੀ ਹੈ। ਖੈਰ ਇਹ ਹੈਡਿੰਗ ਹੈ ਇੱਕ ਤਰ੍ਹਾਂ ਦੀ, ਠੀਕ ਹੈ ਜੀ। ਇੱਕ ਹੈਡਿੰਗ ਕੁਐਸਚਨ ਹੈ ਜਿਹੜਾ ਲੁੱਕ ਕੇ ਆਇਆ, ਬਣ ਕੇ ਆਇਆ MCQ। ਕਿਉਂ? ਕਿਉਂਕਿ ਸਾਰਾ ਪੈਰਾਗ੍ਰਾਫ ਪੜ੍ਹਨਾ ਪੈਣਾ। ਉਹ ਕਹਿ ਰਹੇ ਵੀ ਕੀ ਕਰ ਰਿਹਾ ਉਹਦੇ ਅੰਦਰ ਉਹ। ਆਈ ਹੋਪ ਪੰਜਵਾਂ ਪੈਰਾਗ੍ਰਾਫ ਸੀਗਾ। 4 ਤੋਂ ਬਾਅਦ 6 ਕਿਉਂ ਆ ਰਿਹਾ? 1 2 3 4 5। ਅੱਛਾ 5 5 ਵੀ ਡੂ, ਮੈਂ ਪੈਰਾਗ੍ਰਾਫਿੰਗ ਗਲਤ ਲਿਖ ਲਈ ਹੈ ਅਨਫੋਰਚੂਨੇਟਲੀ। ਆ ਪੰਜਵਾਂ ਪੈਰਾਗ੍ਰਾਫ ਹੈ ਮੇਰੇ ਹਿਸਾਬ ਨਾਲ। ਹੋਪਫੁਲੀ ਕੋਈ ਵੱਡੀ ਗਲਤੀ ਨਾ ਕਰ ਲਈ ਹੋਵੇ ਪੈਸੇਜ ਨੂੰ ਰੱਖਣ 'ਚ। For most of human history, we had no idea that microbes existed. The first man to see creature, ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਇਹ ਰਹਿੰਦੇ ਆ। ਉਹਨਾਂ ਨੇ ਦੇਖਿਆ, ਉਹਨੇ ਵਾਟਰ ਡ੍ਰੌਪ ਐਗਜ਼ਾਮਿਨ ਕੀਤੀ ਟਾਈਨੀ 200 ਸਾਲ ਬਾਅਦ। ਹੁਣ ਤਾਂ ਮੈਂ ਇਹੀ ਸ਼ੋਰ ਨਹੀਂ ਹਾਂ ਕਿ ਇਹ ਪੈਸੇਜ ਸਹੀ ਹੈ ਕਿ ਨਹੀਂ। ਚਲੋ ਇੱਕ ਵਾਰੀ ਦੁਬਾਰਾ ਧਿਆਨ ਨਾਲ ਗਿਣੀਏ। 1 2 3 4, ਇਹ ਰਿਪੀਟ ਹੋ ਰਿਹਾ। ਚੌਥਾ ਪੰਜਵਾਂ ਠੀਕ ਹੈ, ਇਹੀ ਹੈ। ਹੁਣ ਤੱਕ ਮੈਂ ਇਹ ਭੁੱਲ ਚੁੱਕਿਆ। ਪੰਜਵੇਂ ਪੈਰਾਗ੍ਰਾਫ 'ਚ ਰਾਈਟਰ ਕੀ ਕਹਿ ਰਿਹਾ? ਠੀਕ ਹੈ, ਉਹਨਾਂ ਨੇ ਉਹ ਇਹ ਕਹਿ ਰਿਹਾ, ਦੁਬਾਰਾ ਮੈਨੂੰ ਦੇਖਣ ਦਿਓ। ਉਹ ਇਹ ਕਹਿ ਰਿਹਾ ਕਿ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਕਿੱਦਾਂ ਹੁੰਦੇ ਆ, ਫਿਰ ਇਹਨਾਂ ਲੋਕਾਂ ਨੇ ਲੱਭੇ, ਫਿਰ ਉਹਨਾਂ ਨੂੰ ਪਤਾ ਲੱਗਿਆ। ਸ਼ੁਰੂ 'ਚੋਂ ਐਨੀਮਲ ਕਿਊਲਸ ਕਹਿੰਦੇ ਸੀਗੇ, ਲੂਇਸ ਪੈਸਚਰ ਨੇ ਵੀ ਕੁਛ ਕੀਤਾ। ਮੋਟੀ ਗੱਲ ਇਹ ਹੈ, ਮੋਟੀ ਗੱਲ ਉਹ ਇਹ ਕਹਿ ਰਿਹਾ ਵੀ ਇਹ ਇਹਨਾਂ ਬਾਰੇ ਸਾਨੂੰ ਪਤਾ ਨਹੀਂ ਸੀ, ਇਹਨਾਂ ਦੀ ਖੋਜ ਹੋਈ ਬਾਅਦ 'ਚ ਜਾ ਕੇ। ਕੀ ਕੋਈ ਆਨਸਰ ਇੱਦਾਂ ਦਾ ਹੈ? ਵਾਟ ਇਜ਼ ਦਾ ਰਾਈਟਰ ਡੂਇੰਗ ਇਨ ਦਾ 5th ਪੈਰਾਗ੍ਰਾਫ? ਐਕਸਪਲੇਨਿੰਗ ਹਾਊ ਅ ਡਿਸਕਵਰੀ ਵਾਜ਼ ਮੇਡ। ਹਾਊ ਵਾਲਾ ਪਾਰਟ ਆਇਆ ਬਿਲਕੁਲ। ਉਹਨੇ ਮਾਈਕਰੋਸਕੋਪ ਵਰਤ ਕੇ ਆ ਕੀਤਾ, ਠੀਕ ਹੈ। ਆਨਸਰ ਆਪਣਾ ਆ ਗਿਆ ਆ ਵਾਲਾ। ਕਿ ਮੈਨੂੰ ਬਾਕੀ ਦੇਖ ਲੈਣੇ ਚਾਹੀਦੇ ਆ, ਦੇਖ ਲੈਣੇ। ਕੰਪੇਅਰਿੰਗ ਸਾਇੰਟਿਸਟ ਥਿਊਰੀ ਅਬਾਊਟ ਮਾਈਕਰੋਬਸ, ਨਹੀਂ ਕੰਪੈਰੀਜ਼ਨ ਨਹੀਂ ਸੀਗਾ। ਡਿਸਕ੍ਰਾਈਬਿੰਗ ਕਨਫਿਊਜ਼ਨ, ਬਿਲਕੁਲ ਵੀ ਨਹੀਂ ਸੀਗਾ। ਗਿਵਨ ਡਿਟੇਲਸ ਆਫ, ਨਹੀਂ ਠੀਕ ਹੈ, ਵੈਸੇ ਹੀ ਮਿਲ ਗਿਆ ਸੀਗਾ, ਜ਼ਰੂਰਤ ਨਹੀਂ ਸੀਗੀ। ਹੁਣ ਚੱਲਦੇ ਹਾਂ ਕਾਫੀ ਬੱਚਿਆਂ ਦੀ ਦੁੱਖ ਦੀ ਰਗ ਵੱਲ। ਅਤੇ ਦੁੱਖ ਦੀ ਰਗ ਜਿਹੜੀ ਹੈ ਇਹਨਾਂ ਕਿਸਮ ਦੇ ਕੁਐਸਚਨਸ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਨਾ ਸਿਰਫ ਸਹੀ ਆਨਸਰ ਲੱਭ ਕੇ ਲਿਆਉਣਾ, ਬਾਅਦ ਵਿੱਚ ਉਹਦਾ ਸਮਾਨਾਰਥੀ ਮੈਚ ਕਰਕੇ ਉਹ ਆਨਸਰ ਇੱਥੇ ਲਿਖਣਾ ਆਪਾਂ। ਠੀਕ। ਇੱਕ ਗੱਲ ਦਾ ਧਿਆਨ ਰੱਖ ਲਓ, ਜਦੋਂ ਵੀ ਇੱਦਾਂ ਦੇ ਕੁਐਸਚਨ ਪੁੱਛੇ ਜਾਣਗੇ, ਆਹ ਜਿਹੜੀ ਚੀਜ਼ ਹੈ ਆਹ ਲਿਖਣੀ ਹੁੰਦੀ ਹੈ, ਵਰਡ ਨਹੀਂ ਲਿਖਣਾ ਹੁੰਦਾ। ਠੀਕ। ਕਈ ਬੱਚੇ ਇਹ ਗਲਤੀ ਕਰ ਰਹੇ ਹੁੰਦੇ ਆ ਐਕਚੁਅਲ ਐਗਜ਼ਾਮ 'ਚ। ਨਾਓ ਆਈ ਐਮ ਨਾਟ ਸ਼ਿਓਰ ਉਹਨੂੰ ਗਲਤੀ ਮੰਨਿਆ ਜਾਂਦਾ ਹੈ ਕਿ ਨਹੀਂ, ਬਟ ਆਪਾਂ ਕੋਈ ਰਿਸਕ ਨਹੀਂ ਲੈ ਸਕਦੇ। ਅੱਛਾ, ਵੀ ਸ਼ੁੱਡ ਬੀ ਮੋਰ ਟੋਲਰੈਂਟ ਆਫ ਮਾਈਕਰੋਬਸ। ਸਾਨੂੰ ਮਾਈਕਰੋਬਸ ਦੇ ਪ੍ਰਤੀ ਟੋਲਰੈਂਟ ਲੈਣਾ ਹੈ। ਦੇਖੋ, ਸਭ ਤੋਂ ਪਹਿਲਾ ਕੰਮ ਇੱਥੇ ਮੈਂ ਬਿਲਕੁਲ ਉਹ ਕਰੂੰਗਾ ਜੋ ਮੈਂ ਸੇਮ ਕੀਤਾ ਟਰੂ ਫਾਲਸ ਨਾਟ ਗਿਵਨ ਦੇ ਮਾਮਲੇ 'ਚ। ਕੀ ਕੰਮ ਕੀਤਾ ਸੀਗਾ? ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਆਨਸਰ ਕਿੱਥੋਂ ਆਏ ਹੋਣਗੇ। ਕੀ ਤੁਹਾਨੂੰ ਇੱਥੇ ਕੋਈ ਵੀ ਇੱਦਾਂ ਦਾ ਵਰਡ ਦਿਖ ਰਿਹਾ ਜੋ ਇੱਕ ਚੰਗਾ ਕੀਵਰਡ ਦਾ ਕੰਮ ਕਰ ਸਕਦਾ? ਮੈਨੂੰ ਇਹ ਦਿਖ ਰਿਹਾ। ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਵੀ ਕਿਹੜੇ ਚੰਗੇ ਕੀਵਰਡਸ ਹੁੰਦੇ ਆ, ਤਾਂ ਮੇਰੀ ਫ੍ਰੀ ਕੋਰਸ ਦੇ ਅੰਦਰ ਉਹਦੇ 'ਚ ਡਿਟੇਲ 'ਚ ਗੱਲ ਹੋ ਰਹੀ ਹੈ। ਬਟ ਆਪਾਂ ਇਹ ਲੱਭਦੇ ਹਾਂ ਵੀ ਫਰੈਂਡਲੀ ਕਿੱਥੇ ਕਿਹਾ ਗਿਆ, ਤਾਂ ਬਿਲਕੁਲ ਅੱਖਾਂ ਦੇ ਸਾਹਮਣੇ, ਕਿਉਂਕਿ ਇਹ ਇਨਵਰਟਡ ਕਾਮਾ 'ਚ ਹੀ ਮੈਨੂੰ ਦਿਖ ਗਿਆ। ਹੁਣ ਸਾਨੂੰ ਆਪਣੇ ਆਨਸਰਸ ਦੀ ਲੋਕੇਸ਼ਨ ਦਾ ਜਨਰਲ ਅੰਦਾਜ਼ਾ ਹੋ ਗਿਆ। ਠੀਕ ਸਰ ਜੀ, ਅਸੀਂ ਜਦੋਂ ਵੀ ਕਰਦੇ ਹਾਂ ਫਾਲਸ ਟਰੂ ਫਿਲ ਇਨ ਦ ਬਲੈਂਕਸ, ਅਸੀਂ ਲੋਕੇਸ਼ਨ 'ਤੇ ਸਹੀ ਚਲੇ ਜਾਂਦੇ ਹਾਂ, ਸਾਡੇ ਤੋਂ ਆਨਸਰ ਹਮੇਸ਼ਾ ਗਲਤ ਲੱਗ ਜਾਂਦਾ। ਮੈਨੂੰ ਚੰਗੀ ਤਰ੍ਹਾਂ ਪਤਾ ਤੁਹਾਡੀ ਇਹ ਸਮੱਸਿਆ, ਇਹਦਾ ਹੱਲ ਮੈਂ ਅੱਜ ਕਰ ਦਿੰਦਾ। ਅਟੈਂਪਟ ਕਰਕੇ ਤੁਹਾਨੂੰ ਦਿਖਾਉਣਾ, ਭਾਵੇਂ ਉੱਪਰ ਤੋਂ ਲੱਗ ਜਾਓ। ਯੰਗਸ ਬੁੱਕ ਆਰਗਿਊਜ਼ ਦੈਟ ਵੀ ਸ਼ੁੱਡ ਬੀ ਮੋਰ ਟੋਲਰੈਂਟ। ਸਾਨੂੰ ਸਹਿਨਸ਼ੀਲ ਹੋਣਾ ਚਾਹੀਦਾ ਇਹਨਾਂ ਪ੍ਰਤੀ। ਇਹਨਾਂ 'ਚੋਂ ਬਹੁਤਿਆਂ ਦੇ ਫਾਇਦੇ ਵੀ ਹੁੰਦੇ ਹੈ,
ਐਂਡ ਬਹੁਤ ਹੀ ਘੱਟ ਗਿਣਤੀ ਦੇ ਇੱਦਾਂ ਦੇ ਹੁੰਦੇ ਆ ਜਿਹਦਾ ਆ ਹੁੰਦਾ ਹੈ। ਦੇਖੋ ਹੈਰਾਨੀ ਦੀ ਗੱਲ ਇਹ ਹੈ ਵੀ ਬਹੁਤੇ ਵਾਰੀ ਫਿਲਮ ਦਾ ਬਲੈਂਕ 'ਚ ਅੰਦਾਜ਼ਾ ਹੀ ਲੱਗ ਜਾਂਦਾ ਹੈ। ਮੈਂ ਆਲਮੋਸਟ 100% ਦਾਅਵੇ ਨਾਲ ਕਹਿ ਸਕਦਾ ਵੀ ਇੱਥੇ ਆਨਸਰ ਕੀ ਆਊਗਾ। ਉਹ ਦੇਖੋ ਕੀ ਕਹਿ ਰਿਹਾ, ਕੁਝ ਦਾ ਫਾਇਦਾ ਹੁੰਦਾ ਹੈ, ਕੁਝ ਹੀ ਹੁੰਦੇ ਆ ਜਿਹੜੇ ਨੁਕਸਾਨਦਾਇਕ ਹੁੰਦੇ ਆ। ਕਿ ਨੁਕਸਾਨਦਾਇਕ ਦਾ ਕੋਈ ਸਮਾਨਾਰਥੀ ਇੱਥੇ ਹੈਗਾ? ਕਲੈਨਲੀਨੈਸ, ਨਿਊਟ੍ਰੀਸ਼ਨ, ਜਾਂ ਤਾਂ ਡਿਸਟਰਕਸ਼ਨ ਜਾਂ ਇਲਨੈਸ, ਦੋਨਾਂ 'ਚ ਕੋਈ ਆਨਸਰ ਆਊਗਾ। ਹਲੇ ਆਪਾਂ ਨੂੰ ਨਹੀਂ ਪਤਾ ਕਿਹੜਾ ਆਊਗਾ, ਤਾਂ ਦੇਖੀਏ ਜਾ ਕੇ। ਕਹਿੰਦੇ ਬਹੁਤ ਘੱਟ ਹੁੰਦੇ ਆ, ਤਾਂ ਇੱਥੋਂ ਪੜ੍ਹਨਾ ਸ਼ੁਰੂ ਕਰੀਏ। ਉਹ ਕਹਿੰਦਾ ਟੋਲਰੈਂਸ ਰੱਖੋ, ਪੁਆਇੰਟਿੰਗ ਆਊਟ ਦੈਟ ਵਾਈਲ ਫਿਊਅਰ ਦੈਨ 100 ਸਪੀਸੀ। ਆ ਜਿਹੜੀ ਚੀਜ਼ ਮੈਂ ਕਰ ਰਿਹਾ ਨਾ, ਇਹਨੂੰ ਆਪਾਂ ਕਹਿੰਦੇ ਸਕਿਮਿੰਗ। ਤੁਸੀਂ ਸੋਚ ਰਹੇ ਹੋਗੇ ਵੀ ਸਰ ਕਿੱਦਾਂ ਪੜ੍ਹ ਰਹੇ ਐ ਛਾਲਾਂ ਮਾਰ ਮਾਰ ਕੇ। ਇਹ ਵੀ ਇੱਕ ਟੈਕਨੀਕ ਹੁੰਦੀ ਹੈ। ਇਹ ਕਿੱਦਾਂ ਹੁੰਦੀ ਹੈ ਉਹ ਵੀ ਮੇਰੇ ਫ੍ਰੀ ਕੋਰਸ 'ਚ ਮੈਂ ਗੱਲ ਕੀਤੀ ਹੈ। ਅੱਛਾ, ਉਹ ਕਹਿੰਦੇ ਕਿ ਟੋਲਰੈਂਸ ਰੱਖਣੀ ਚਾਹੀਦੀ ਹੈ ਫਿਊਅਰ ਦੈਨ 100। ਸਿਰਫ 100 ਕੁ ਸਪੀਸੀਜ਼ ਹੀ ਇੱਦਾਂ ਦੀਆਂ ਬੈਕਟੀਰੀਆ ਦੀ ਜੋ ਡਿਜ਼ੀਜ਼ ਲੈ ਕੇ ਆਉਂਦੀਆਂ, ਬਾਕੀ ਹਜ਼ਾਰਾਂ ਤਾਂ ਸਾਡੀ ਹੈਲਥ ਬਣਾਉਂਦੀਆਂ। ਤਾਂ ਡਿਜ਼ੀਜ਼ ਦਾ ਸਮਾਨਾਰਥੀ ਕਿਹੜਾ ਸੀਗਾ ਉੱਥੇ? ਇਲਨੈਸ। ਆਨਸਰ ਆਉਣਾ ਚਾਹੀਦਾ ਜੀ। ਐਂਡ ਆਲਦੋ ਇਟ ਇਜ਼ ਮਿਸਲੀਡਿੰਗ, ਇਹ ਸੋਚਣਾ ਵੀ ਗਲਤ ਹੈ ਵੀ ਇਹ ਸਾਡੇ ਦੋਸਤ ਨੇ। ਸਾਨੂੰ ਇਹ ਵੀ ਸੋਚਣਾ ਬੰਦ ਕਰ ਦੇਣਾ ਚਾਹੀਦਾ ਵੀ ਇਹ ਸਾਡੇ ਦੁਸ਼ਮਣ ਨੇ। ਦੋਨੋਂ ਹੀ ਨੇ। ਇਨਫੈਕਟ ਵੀ ਸ਼ੁੱਡ ਐਕਸੈਪਟ ਦੈਟ ਆਰ ਰਿਲੇਸ਼ਨਸ਼ਿਪ ਵਿਦ ਮਾਈਕਰੋਬਸ ਇਜ਼ ਵਨ ਬੇਸਡ ਔਨ ਡੈਸ਼। ਅੱਛਾ, ਹੁਣ ਟਿਪ ਨੰਬਰ 2 ਵੀ ਤੁਹਾਨੂੰ ਦੇ ਦਈਏ। ਕਦੇ ਵੀ ਫਿਲਮ ਦਾ ਬਲੈਂਕ ਪਰੇਸ਼ਾਨ ਤੁਹਾਨੂੰ ਕਰੇ ਨਾ, ਉਹਨੂੰ ਸਵਾਲ 'ਚ ਤਬਦੀਲ ਕਰ ਲਿਆ ਕਰੋ। ਕਦੇ ਗਲਤ ਵਰਡ ਆਨਸਰ ਨਹੀਂ ਲਾਉਂਗੇ। ਕਰਕੇ ਦੇਖੀਏ। ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਸਾਡਾ ਰਿਲੇਸ਼ਨਸ਼ਿਪ ਜਿਹੜਾ ਮਾਈਕਰੋਬ ਦਾ ਹੈ ਉਹ ਇਸ 'ਤੇ ਆਧਾਰਿਤ ਹੈ। ਸਵਾਲ ਕੀ ਬਣ ਗਿਆ? ਕਾਹਦੇ 'ਤੇ ਆਧਾਰਿਤ ਹੈ ਮੇਰਾ ਰਿਸ਼ਤਾ ਮਾਈਕਰੋਬਸ ਨਾਲ? ਕਾਹਦੇ 'ਤੇ ਆਧਾਰਿਤ ਹੈ? ਇਹਦੇ ਨਾਲ ਜੋ ਬਲੈਂਕ ਦੇ ਨਾਲ ਸ਼ਬਦ ਆਉਂਦਾ ਉਸ 'ਤੇ ਖਾਸ ਗੌਰ ਕਰਿਆ ਕਰੋ। ਕਾਹਦੇ 'ਤੇ ਆਧਾਰਿਤ ਹੈ? ਕੋਈ ਗੱਲ ਨਹੀਂ, ਲੱਭਣ 'ਚ ਸਾਨੂੰ ਦਿੱਕਤ ਨਹੀਂ ਆਉਣੀ, ਆਸ-ਪਾਸ ਹੀ ਹੋਊਗਾ। ਫਰੈਂਡਲੀ ਆ ਚੁੱਕਿਆ ਸੀ ਤਾਂ ਅੱਗੇ ਹੋਊਗਾ। ਉਹ ਕਹਿੰਦਾ ਨਾ ਤਾਂ ਇਹਨੂੰ ਦੋਸਤ ਦੇ ਤੌਰ 'ਤੇ ਦੇਖੋ, ਨਾ ਦੁਸ਼ਮਣ ਦੇ ਤੌਰ 'ਤੇ। ਵਿਲਨ ਨਾ ਬਣਾਓ, ਨਾ ਹੀਰੋ ਬਣਾਓ। ਸਾਨੂੰ ਇਹ ਰੀਅਲਾਈਜ਼ ਕਰਨਾ ਚਾਹੀਦਾ ਵੀ ਸਾਡਾ ਇਹਦੇ ਨਾਲ ਸਿੰਬੀਓਟਿਕ ਰਿਲੇਸ਼ਨਸ਼ਿਪ ਹੈ। ਅਸੀਂ ਫਾਇਦਾ ਵੀ ਕਰ ਸਕਦੇ ਹਾਂ, ਨੁਕਸਾਨ ਵੀ। ਮੈਨੂੰ ਇਹ ਲੱਗ ਰਿਹਾ ਵੀ ਆਨਸਰ ਸਿੰਬੀਓਟਿਕ ਤੋਂ ਰਿਲੇਟਡ ਆਊਗਾ। ਇੱਕ ਵਾਰੀ ਧਿਆਨ ਨਾਲ ਦੁਬਾਰਾ ਦੇਖੀਏ। ਇਜ਼ ਵਨ ਬੇਸਡ ਔਨ ਸਿੰਬੀਓਟਿਕ। ਸਿੰਬੀਓਟਿਕ ਵਰਗਾ ਕੁਛ ਆ ਸਕਦਾ ਹੈ? ਦੁਬਾਰਾ ਪੜ੍ਹਦੇ ਹਾਂ। ਮੈਨੂੰ ਲੱਗਦਾ ਆਪਾਂ ਗਲਤੀ ਕਰ ਸਕਦੇ ਹਾਂ, ਇਸ ਕਰਕੇ ਧਿਆਨ ਨਾਲ। ਠੀਕ ਹੈ, ਥੱਲੇ ਦੇਖਦੇ ਹਾਂ ਕਿ ਸਿੰਬੀਓਟਿਕ ਦਾ ਕੋਈ ਸਮਾਨਾਰਥੀ ਸਾਨੂੰ ਦਿਖ ਪਾ ਰਿਹਾ। ਪਾਰਟਨਰਸ਼ਿਪ ਸਿੰਬੀਓਟਿਕ ਦਾ ਹੀ ਸਮਾਨਾਰਥੀ ਹੈ। ਅੱਛਾ ਸੌਰੀ, ਮੈਂ ਸਿਰਫ ਸਿੰਬੀਓਟਿਕ ਦਾ ਮਤਲਬ ਨਹੀਂ ਸਮਝਾਇਆ ਤੁਹਾਨੂੰ। ਸਿੰਬੀਓਟਿਕ ਹੁੰਦਾ ਆਪਸ ਵਿੱਚ ਮਿਲ ਜੁਲ ਕੇ ਰਿਲੇਸ਼ਨਸ਼ਿਪ। ਵੈਸੇ ਤਾਂ ਰਿਲੇਸ਼ਨਸ਼ਿਪ ਦਾ ਮਤਲਬ ਵੀ ਪਾਰਟਨਰਸ਼ਿਪ ਬਣ ਜਾਂਦਾ ਹੈ। ਇਜ਼ ਬੇਸਡ ਵਨ ਔਨ ਪਾਰਟਨਰਸ਼ਿਪ। ਨਾ ਉਹ ਸਾਡੇ ਦੁਸ਼ਮਣ ਹੈ ਨਾ ਦੋਸਤ ਹੈ, ਉਹ ਸਾਡੇ ਪਾਰਟਨਰ ਹੈ। ਮੈਨੂੰ ਲੱਗਦਾ ਬੀ ਆਨਸਰ ਲਾਇਆ ਜਾ ਸਕਦਾ। 100% ਹੀ ਸ਼ਿਓਰ ਹਾਂ ਲਗਭਗ ਮੈਂ। ਲੇਕਿਨ ਕਈ ਕੁਐਸਚਨਸ ਦੇਖੋ ਇੱਦਾਂ ਦੇ ਹੁੰਦੇ ਆ ਵੀ ਈਵਨ ਸਾਡੇ ਵਰਗੇ ਐਡਵਾਂਸਡ ਜੋ ਲਰਨਰਸ ਹੁੰਦੇ ਆ ਉਹਨਾਂ ਨੂੰ ਵੀ ਪਰੇਸ਼ਾਨ ਕਰਦੇ ਆ। ਦੈਟ ਵਾਜ਼ ਵਨ ਆਫ ਦਾ ਕੁਐਸਚਨ। ਹੁਣ ਕੀ ਮੈਨੂੰ ਇਹ ਵਾਲਾ ਪਾਰਟ ਪੜ੍ਹਨਾ ਚਾਹੀਦਾ? ਨਹੀਂ। ਜਿੱਥੇ ਵੀ ਪੈਰਾਗ੍ਰਾਫ ਚੇਂਜ ਹੁੰਦਾ ਉੱਥੇ ਐਕਚੁਅਲ ਪੈਰਾਗ੍ਰਾਫ ਪੈਸੇਜ 'ਚ ਵੀ ਚੇਂਜ ਹੋਊਗਾ। ਠੀਕ, ਇਹ ਮੈਂ ਗੱਲ ਆਪਣੇ ਫ੍ਰੀ ਕੋਰਸ ਦੇ ਅੰਦਰ ਵੀ ਕਰ ਰਿਹਾ। ਹਾਵੇਵਰ ਦੇਰ ਇਜ਼ ਅ ਗਰੋਇੰਗ ਪ੍ਰੋਬਲਮ। ਇੱਕ ਵੱਡੀ ਸਮੱਸਿਆ। ਵਿਟਾਮਿਨ ਨੂੰ ਆਪਾਂ ਲੈ ਕੇ ਕੀਵਰਡ ਵੀ ਚੱਲ ਸਕਦੇ ਹਾਂ। ਆ ਪੂਅਰ ਡੈਸ਼ ਓਵਰ ਯੂਜ਼ ਆਫ ਐਂਟੀਬਾਇਓਟਿਕਸ ਐਂਡ ਐਕਸੈਸਿਵ ਫੋਕਸ ਔਨ ਡੈਸ਼। ਦੇਖੋ ਕਾਫੀ ਸਾਰੀਆਂ ਗੱਲਾਂ ਕਹਿਣਗੇ, ਉਹਦੇ 'ਚੋਂ ਆਹ ਗੱਲ ਨੂੰ ਇਗਨੋਰ ਕਰ ਦੇਣਾ ਕਿਉਂਕਿ ਆਲਰੇਡੀ ਲਿਖੀ ਹੋਈ ਆ। ਇਹ ਦੇਖਦੇ ਹਾਂ ਵੀ ਸਾਡਾ ਕੀ ਚੀਜ਼ ਪੂਅਰ ਹੈ, ਸਾਡੀ ਕੀ ਚੀਜ਼ ਮਾੜੀ ਹੈ। ਤਾਂ ਕਿੱਥੇ ਵਿਟਾਮਿਨ ਦੀ ਗੱਲ ਆ ਰਿਹਾ? ਵਿਟਾਮਿਨ। ਇਹ ਤੋਂ ਬਾਅਦ ਆਨਸਰ ਆਊਗਾ ਹੈਲਪ ਅਸ ਬਿਕਮ ਹੂ ਵੀ ਆਰ, ਫੇਸਿੰਗ ਗਰੋਇੰਗ ਪ੍ਰੋਬਲਮ, ਹਾਈਜੀਨ ਦਾ ਓਬਸੈਸ਼ਨ ਹੈ, ਐਂਟੀਬਾਇਓਟਿਕਸ ਯੂਜ਼ ਹੈ, ਅਨਹੈਲਥੀ ਡਾਇਟ ਹੈ। ਪੂਅਰ ਡਾਇਟਸ ਕਹਿ ਸਕਦੇ ਹਾਂ ਕਿਉਂਕਿ ਪੂਅਰ ਦਾ ਸਮਾਨਾਰਥੀ ਤਾਂ ਇਹੀ ਲੱਗ ਰਿਹਾ। ਪੂਅਰ ਡਾਇਟ, ਅਨਹੈਲਥੀ ਡਾਇਟ। ਪਰ ਡਾਇਟ ਦਾ ਸਮਾਨਾਰਥੀ ਇੱਥੇ ਕੁਛ ਹੈ, ਨਿਊਟ੍ਰੀਸ਼ਨ ਲੱਗ ਰਿਹਾ। ਤਾਂ ਮੇਰੇ ਹਿਸਾਬ ਨਾਲ ਆ ਸਕਦਾ। ਠੀਕ। ਆਰ ਯੂ ਓਵਰ ਯੂਜ਼ ਆਫ ਐਂਟੀਬਾਇਓਟਿਕਸ, ਐਕਸੈਸਿਵ ਫੋਕਸ। ਅਸੀਂ ਲੋੜ ਤੋਂ ਜ਼ਿਆਦਾ ਕਾਸ 'ਤੇ ਧਿਆਨ ਦੇ ਰਹੇ ਹਾਂ। ਤਾਂ ਨਾਲ ਵਾਲਾ ਸ਼ਬਦ ਹਮੇਸ਼ਾ ਧਿਆਨ ਰੱਖੋ, ਸਵਾਲ 'ਚ ਤਬਦੀਲ ਕਰ ਲਓ। ਲੋੜ ਤੋਂ ਜ਼ਿਆਦਾ ਕਾਸ 'ਤੇ ਧਿਆਨ ਦੇ ਰਹੇ ਹਾਂ। ਓਬਸੈਸ਼ਨ। ਓਬਸੈਸ਼ਨ ਦਾ ਮਤਲਬ ਹੀ ਹੁੰਦਾ ਲੋੜ ਤੋਂ ਜ਼ਿਆਦਾ ਧਿਆਨ ਦੇਣਾ। ਤਾਂ ਹਾਈਜੀਨ। ਦੇਖੋ ਅੱਗੇ ਪਿੱਛੇ ਆ ਸਕਦੇ ਆਨਸਰ ਵਿਦਿਨ ਵਨ ਪੈਰਾਗ੍ਰਾਫ। ਐਕਸੈਸਿਵ ਫੋਕਸ ਔਨ ਹਾਈਜੀਨ, ਸੌਰੀ ਕਲੈਨਲੀਨੈਸ। ਮੈਂ ਗਲਤੀ ਨਾਲ ਹਾਈਜੀਨ ਲਿਖਣ ਲੱਗਿਆ ਸੀ, ਕਿਰਪਾ ਕਰਕੇ ਗਲਤੀ ਨਾ ਕਰਿਓ। ਕਿ ਅਸੀਂ ਅਟੈਂਪਟ ਕਰ ਚੁੱਕੇ ਹਾਂ 17, 18, 19, 20, 14, 15, 16 ਵੀ ਹੋ ਗਏ ਅਤੇ 21 ਤੋਂ 26 ਵੀ ਹੋ ਗਏ। ਤਾਂ ਚਲੋ ਹੁਣ ਆਨਸਰਸ ਚੈੱਕ ਕਰਦੇ ਹਾਂ। ਉਪਸ,
ਮਾਫੀ ਚਾਹੂੰਗਾ, ਮੈਨੂੰ ਹੁਣ ਯਾਦ ਆ ਰਿਹਾ ਮੈਂ ਆਨਸਰ ਰੱਖਣਾ ਹੀ ਭੁੱਲ ਗਿਆ ਸਲਾਈਡਸ ਦੇ ਅੰਦਰ। ਖੈਰ ਐਨੀਵੇਜ਼ ਆਈ ਹੋਪ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਹੈ ਠੀਕ ਲੱਗੀ ਹੋਣੀ ਹੈ। ਐਂਡ ਆਨਸਰਸ ਚਲੋ ਇੱਦਾਂ ਕਰਿਓ, ਤੁਸੀਂ ਕਿਰਪਾ ਕਰਕੇ ਕੋਈ ਬੱਚਾ ਇੰਟਰਨੈਟ ਤੋਂ ਚੈੱਕ ਕਰਕੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਥੱਲੇ ਹੀ ਪੋਸਟ ਕਰ ਦਿਓ, ਦੱਸ ਦਿਓ 13-14 ਜਿੰਨੇ ਵੀ ਸੀ ਮੇਰੇ ਕਿੰਨੇ ਜਵਾਬ ਇਹਦੇ 'ਚੋਂ ਸਹੀ ਹੈ। ਉਮੀਦ ਕਰਦਾ ਐਂਬੈਰਸਮੈਂਟ ਨਹੀਂ ਹੋਊਗੀ, ਸਾਰੇ ਜਵਾਬ ਸਹੀ ਆਉਣਗੇ। ਹਾਂ, ਤਾਂ ਹੁਣ ਗੱਲ ਕਰੀਏ ਵੀ ਇਹ ਜਿਹੜਾ ਫ੍ਰੀ ਕੋਰਸ ਹੈ ਇਹ ਤੁਹਾਨੂੰ ਕਿੱਦਾਂ ਮਿਲੂਗਾ। ਬਹੁਤ ਹੀ ਸਿੰਪਲ ਤਰੀਕਾ ਹੈ ਜੀ। ਛੋਟਾ ਜਿਹਾ ਕੰਮ ਤੁਹਾਨੂੰ ਮੇਰੇ ਲਈ ਕਰਨਾ ਪਊਗਾ। ਅੱਛਾ, ਪਹਿਲਾਂ ਤਾਂ ਮੈਨੂੰ ਤੁਸੀਂ ਮੈਸੇਜ ਕਰੋਗੇ ਮੇਰੇ ਨੰਬਰ 'ਤੇ WhatsApp, ਇਸ ਨੰਬਰ, ਇਹ ਮੇਰਾ ਪਰਸਨਲ ਨੰਬਰ ਹੀ ਹੈ ਜੀ, WhatsApp ਹੈ, ਫੀਡ ਕਰ ਲਿਓ ਮੈਨੂੰ, ਉੱਥੇ ਮੈਸੇਜ ਕਰ ਦਿਓ ਅਤੇ ਮੈਨੂੰ ਦੱਸ ਦਿਓ ਸਰ ਕਿ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਅਤੇ ਮੈਨੂੰ ਇਹ ਫ੍ਰੀ ਕੋਰਸ ਚਾਹੀਦਾ। ਮੈਨੂੰ ਪ੍ਰੋਸੀਜਰ ਦੱਸ ਦਿਓ, ਉੱਥੇ ਸਾਰਾ ਪ੍ਰੋਸੀਜਰ ਮੈਂ ਐਕਸਪਲੇਨ ਕਰ ਦੂੰਗਾ। ਸਿਰਫ 20 ਸਕਿੰਟਾਂ ਦਾ ਪ੍ਰੋਸੀਜਰ ਹੈ, 20 ਤੋਂ 30 ਸਕਿੰਟਾਂ ਦਾ, ਠੀਕ ਹੈ ਜੀ। ਤਾਂ ਖੈਰ ਉਮੀਦ ਕਰਦਾ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਯੂਜ਼ਫੁਲ ਲੱਗੀ ਹੋਵੇਗੀ। ਟਿਪਸ ਮੇਰੇ ਕੋਲ ਬਹੁਤ ਸਾਰੇ ਨੇ, ਜਿੰਨੇ ਮੇਰੇ ਤੋਂ ਇਸ ਵੀਡੀਓ ਦੇ ਅੰਦਰ ਤੁਹਾਨੂੰ ਦਿਖਾ ਹੋਏ ਉਹ ਮੈਂ ਦਿਖਾਏ। ਅਤੇ ਪਲੀਜ਼ ਇਹਨੂੰ ਇੱਕ ਹਫ਼ਤਾ ਜੋ ਗੱਲਾਂ ਮੈਂ ਸਾਰੀਆਂ ਦੱਸੀਆਂ ਇਹਨਾਂ ਨੂੰ ਅਮਲ 'ਚ ਲਿਆਓ, ਇਸੇ ਟੈਕਨੀਕ ਨਾਲ ਕਰੋ, ਪੁਰਾਣੀਆਂ ਆਦਤਾਂ ਛੱਡੋ ਅਤੇ ਡੈਫੀਨੇਟਲੀ ਤੁਹਾਡੀ ਇੰਪਰੂਵਮੈਂਟ ਹੋਊਗੀ। 5.5 'ਤੇ ਸਟੱਕ ਰਹਿਣਾ ਰੀਡਿੰਗ ਦਾ ਜ਼ਰੂਰੀ ਨਹੀਂ ਹੈ, ਭਾਵੇਂ ਤੁਸੀਂ 2 ਮਹੀਨਿਆਂ ਤੋਂ ਸਟੱਕ ਹੋ। ਜਦੋਂ ਤਰੀਕੇ ਬਦਲੋਗੇ ਤਾਂ ਰਿਜ਼ਲਟ ਵੀ ਬਦਲੂਗਾ। ਐਨੀਵੇਜ਼ ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ।